ਇੱਕ ਐਡਜਸਟੇਬਲ ਮੌਰਗੇਜ ਹੁੰਦੀ ਹੈ, ਵੇਰੀਏਬਲ ਮੌਰਗੇਜ ਹੁੰਦੀ ਹੈ ਤੇ ਇੱਕ ਫਿਕਸਡ ਹੁੰਦੀ ਹੈ। ਕੀ ਫਰਕ ਹੈ ਇਹਨਾਂ 'ਚ? ਯੂਜ਼ਲੀ ਜਿਹੜੇ ਲੋਕ ਮੌਰਗੇਜ ਲੈਂਦੇ ਨੇ ਉਹਨੂੰ ਪ੍ਰਾਈਮ ਮਾਈਨਸ ਹਾਫ, ਪ੍ਰਾਈਮ ਮਾਈਨਸ 1 ਇਦਾਂ ਰੇਟ ਮਿਲ ਜਾਂਦਾ। ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਕਿ ਜੇ ਕੋਈ ਮੌਰਗੇਜ ਲੈ ਰਿਹਾ 2.45 ਹੈ ਤੇ ਉਹਨੂੰ 1.5 ਦਾ ਮਿਲ ਗਿਆ ਰੇਟ ਵੇਰੀਏਬਲ, ਤੇ ਅੱਜ ਉਹਨਾਂ ਦੀ ਜਿਹੜੀ ਕਿਸ਼ਤ ਹੈ ਉਹ ਵੇਰੀਏਬਲ ਦੇ ਹਿਸਾਬ ਨਾਲ ਉਹ 1.5 ਦੇ ਹਿਸਾਬ ਨਾਲ ਬਣੇਗੀ। ਕੱਲ ਨੂੰ ਜੇ ਪ੍ਰਾਈਮ ਵੱਧ ਜਾਂਦਾ ਆ ਤਾਂ ਉਹ ਕਿਸ਼ਤ ਦੇ ਜਿਹੜੀ ਉਹਨਾਂ ਦੀ ਪੇਮੈਂਟ ਵੱਧ ਜਾਏਗੀ, ਤੇ ਜੇ ਕਿਤੇ ਘਟ ਜਾਂਦਾ ਤਾਂ ਘਟ ਜਾਏਗੀ। ਬੰਦਾ ਕਹਿੰਦਾ ਮੈਂ ਇੱਕ ਘਰ ਲੈ ਲਿਆ, ਹੁਣ ਮੈਂ ਨਾ ਤੈਨੂੰ ਵੇਚਣਾ, ਨਾ ਕੁਝ ਹੋਰ ਕਰਨਾ, ਤੇ ਨਾ ਮੈਂ ਕੋਈ ਇਨਵੈਸਟਮੈਂਟ ਕਰਨੀ ਹੈ, ਉਹ ਫਿਕਸ ਲਵੇ ਤਾਂ ਉਹਦੇ ਲਈ ਬੈਟਰ ਹੈ, ਕਿਉਂਕਿ ਉਹਨੇ ਕੁਝ ਤਾਂ ਕਰਨਾ ਨਹੀਂ, ਉਹਨੇ ਆਪਣੀ ਜੌਬ ਕਰਨੀ ਹੈ। ਹੁਣ ਆਪਾਂ ਕੋਈ ਮੌਰਗੇਜ ਕਰਵਾ ਲਈ ਹੈਗੀ ਹੈ, ਸੋ ਹੁਣ ਉਹਦੀਆਂ ਜਿਹੜੀਆਂ ਮੰਥਲੀ ਪੇਮੈਂਟਸ ਹੈਗੀਆਂ ਨੇ, ਜਦੋਂ ਆਪਾਂ ਮੰਥਲੀ ਪੇਮੈਂਟਸ ਬਣ ਕੇ ਜਾਂਦੀਆਂ ਨੇ, ਕੀ ਇਹ ਡਿਊਰਿੰਗ ਲੋਨ ਟਾਈਮ ਦੇ ਵਿੱਚ ਚੇਂਜ ਵੀ ਹੋ ਜਾਂਦੀਆਂ? ਪ੍ਰਾਈਮ ਰੇਟ ਜਿਹੜਾ ਨਿਰਧਾਰਿਤ ਕੀਤਾ ਜਾਂਦਾ ਬੈਂਕ ਆਫ ਕੈਨੇਡਾ ਤੋਂ। ਹੁਣ ਬੈਂਕਾਂ ਉਹਦੇ ਹਿਸਾਬ ਦੇ ਨਾਲ ਉਸ ਰੇਟ ਤੋਂ ਜਾਂ ਤਾਂ ਥੋੜਾ ਘੱਟ ਕਰਕੇ ਤੁਹਾਨੂੰ ਮੌਰਗੇਜ ਦੇ ਦਿੰਦੀ ਹੈ, ਕਈ ਬੈਂਕਾਂ ਥੋੜਾ ਜਿਹਾ ਰੇਟ ਵਧਾ ਕੇ ਦਿੰਦੀਆਂ। timesmortgages.com ਉੱਥੇ ਤੁਹਾਨੂੰ ਕਿੰਨੇ ਖਰਚੇ ਨੇ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਵੀ ਜੇ ਤੁਸੀਂ ਡਾਊਨ ਪੇਮੈਂਟ 5% ਪਾਉਂਦੇ ਹੋ ਤਾਂ ਤੁਹਾਡੀ ਕਿੰਨੀ ਕਿਸ਼ਤ ਬਣਨੀ ਹੈ, 10% ਪਾਉਂਦੇ ਹੋ ਤਾਂ ਕਿੰਨੀ ਕਿਸ਼ਤ ਬਣਨੀ ਹੈ, 20% ਪਾਉਂਦੇ ਹੋ ਤਾਂ ਕਿੰਨੀ ਕਿਸ਼ਤ ਬਣਨੀ ਹੈ। ਸੋ ਇਹ ਸਾਰਾ ਕੁਝ ਮੈਂ ਡਿਵੈਲਪ ਕਰਕੇ ਆਪਣੀ ਵੈਬਸਾਈਟ ਦੇ ਵਿੱਚ ਪਾਇਆ ਹੋਇਆ। ਜਦੋਂ ਤੁਸੀਂ ਕਿਹਾ ਕਿ ਬੈਂਕ ਤੋਂ ਕੀਤੀ ਜਾਵੇ ਮੌਰਗੇਜ, ਤੁਸੀਂ ਵੀ ਮੌਰਗੇਜ ਬ੍ਰੋਕਰ ਹੋ, ਹੁਣ ਕਿਹੜਾ ਆਪਸ਼ਨ ਵਧੀਆ? ਸਾਨੂੰ ਬੈਂਕ ਵੱਲ ਜਾਣਾ ਚਾਹੀਦਾ ਜਾਂ ਮੌਰਗੇਜ ਬ੍ਰੋਕਰ ਦੇ ਵੱਲ ਜਾਣਾ ਚਾਹੀਦਾ? ਜਦੋਂ ਇੱਕ ਕਲਾਇੰਟ ਬੈਂਕ ਦੇ ਵਿੱਚ ਜਾਏਗਾ ਤੇ ਜਿਹੜਾ ਬੈਂਕ ਦਾ EMPLOYE ਆ ਉਹ ਕਿਹਦੇ ਲਈ ਕੰਮ ਕਰੇਗਾ? ਬੈਂਕ ਵਾਸਤੇ, ਉਹ ਬੈਂਕ ਦਾ ਫਾਇਦਾ ਦੇਖੇਗਾ। ਦੂਜੇ ਪਾਸੇ ਜਦੋਂ ਉਹੀ ਕਲਾਇੰਟ ਇੱਕ ਮੌਰਗੇਜ ਬ੍ਰੋਕਰ ਕੋਲ ਆਏਗਾ ਤੇ ਮੌਰਗੇਜ ਬ੍ਰੋਕਰ ਦਾ ਉਹ ਗਾਹਕ ਹੈ, ਉਹਦਾ ਕਸਟਮਰ ਹੈ, ਉਹਨੂੰ ਉੱਥੋਂ ਕਮਿਸ਼ਨ ਮਿਲਣਾ, ਉਹ ਉਹਦੇ ਲਈ ਕੰਮ ਕਰੇਗਾ। ਰੈਂਟ ਟੂ ਓਨ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਮੰਨ ਲਓ ਵੀ 3 ਜਾਂ 4 ਸਾਲ ਦਾ ਰੈਂਟਲ ਐਗਰੀਮੈਂਟ ਸਾਈਨ ਕੀਤਾ, ਔਰ ਤੁਹਾਡਾ ਰੈਂਟ ਹੈ, ਐਗਜ਼ਾਮਪਲ ਲੈਣੇ ਜੇ $1500 ਹੈ, ਤੁਹਾਨੂੰ ਉਹਦੇ ਨਾਲ 1500 ਫੇ ਹੋਰ ਤੁਸੀਂ ਦੇ ਦਿੰਦੇ ਹੋ, $3000 ਦੇ ਰਹੇ ਹੋ। ਰੈਂਟ ਦਾ 1500 ਹੀ ਹੈ, ਜਿਹੜੇ ਉੱਪਰਲੇ ਤੁਸੀਂ $1500 ਹਰ ਮਹੀਨੇ ਜ਼ਿਆਦਾ ਦੇ ਰਹੇ ਹੋ, ਉਹ ਜਿਹੜੇ $1500 ਐਜ਼ ਅ ਡਾਊਨ ਪੇਮੈਂਟ ਲੈਂਡਲੋਰਡ ਕੋ ਜਮ੍ਹਾਂ ਹੋ ਰਿਹਾ ਤੁਹਾਡਾ। ਕਈ ਵਾਰ ਹੁੰਦਾ ਕਿ ਸਾਨੂੰ ਮੌਰਗੇਜ ਰੇਟ ਵਧੀਆ ਮਿਲ ਰਿਹਾ ਹੈ, ਬੈਂਕ ਤੋਂ ਇੰਟਰਸਟ ਰੇਟ ਜਿਹੜਾ ਆ ਉਹ ਘਟ ਗਿਆ ਆ, ਜਾਂ ਹੋਰ ਕੋਈ ਵੀ ਸਰਕਮਸਟੈਂਸਸ ਹੋ ਸਕਦੇ ਨੇ, ਉਹਨਾਂ ਦੇ ਵਿੱਚ ਸਵਿਚ ਕਰਨਾ ਮੌਰਗੇਜ ਨੂੰ ਕਿੰਨਾ ਕੁ ਵਧੀਆ ਆਪਸ਼ਨ ਹੋ ਸਕਦਾ ਹੈ? ਪਰ ਮੰਥ ਲੈਟ ਸੇ ਵੀ ਤੁਹਾਨੂੰ $2 ਜਾਂ $3000 ਬਚ ਰਿਹਾ, 2000 ਵੀ ਬਚ ਰਿਹਾ, ਤੇ ਸਾਲ ਦਾ ਤੁਹਾਨੂੰ ਬਚ ਰਿਹਾ $24000, 2 ਸਾਲਾਂ ਦਾ ਤੁਹਾਨੂੰ ਬਚ ਰਿਹਾ $48000, ਤੇ ਉਧਰ ਪੈਨਲਟੀ ਤੁਹਾਨੂੰ ਲੱਗ ਰਹੀ ਹੈ $20000। ਤੇ ਹੁਣ ਆਪਾਂ ਆਪ ਹੀ ਮੈਥ ਕਰ ਸਕਦੇ ਹਾਂ ਵੀ ਸਾਨੂੰ ਫਾਇਦਾ $48000 ਦਾ ਤੇ ਨੁਕਸਾਨ $20000 ਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਬਿਜ਼ਨੈਸਿਸ ਦੇ ਬਾਰੇ ਗੱਲ ਕਰਦੇ ਹਾਂ, ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਮੌਰਗੇਜ ਦੇ ਬਾਰੇ। ਅੱਜ ਬਹੁਤ ਹੀ ਵਧੀਆ ਮੌਰਗੇਜ ਬ੍ਰੋਕਰ ਜਿਹੜੇ ਨੇ ਉਹ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ, ਜਿਹੜੇ ਹਰ ਵਾਰ ਸਾਨੂੰ ਕੁਝ ਨਵੇਂ ਟਿਪਸ ਵੀ ਦੇ ਕੇ ਜਾਂਦੇ ਨੇ ਮੌਰਗੇਜ ਦੇ ਸੰਬੰਧੀ। ਕੋਈ ਫਰਸਟ ਟਾਈਮ ਹੋਮ ਬਾਇਰ ਹੈ, ਕੋਈ ਦੂਜੀ ਵਾਰ ਇਨਵੈਸਟਮੈਂਟ ਕਰ ਰਿਹਾ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਮੌਰਗੇਜ ਚਾਹੁੰਦੇ ਹੋ ਤਾਂ ਉਸ ਸੰਬੰਧੀ ਇਹ ਪ੍ਰੋਗਰਾਮ ਤੁਹਾਡੇ ਲਈ ਵਧੀਆ ਹੋ ਸਕਦਾ ਹੈ। ਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਮਿਸਟਰ ਵਿਨੇ ਸ਼ਰਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ੀ, ਤੁਹਾਨੂੰ ਔਰ ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਸਤਿ ਸ਼੍ਰੀ ਅਕਾਲ, ਸਵਾਗਤ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਪਹਿਲੀ ਗੱਲ ਤਾਂ ਬਹੁਤ ਵਧੀਆ ਲੱਗ ਰਿਹਾ ਹੈ, ਅੱਜ ਡਿਫਰੈਂਟ ਲੱਗ ਰਿਹਾ, ਸਾਨੂੰ ਡਿਫਰੈਂਟ ਲੁੱਕ ਹੈਗੀ ਹੈ, ਬਟ ਕਹੀਏ ਕਿ ਮੌਸਮ ਚੇਂਜ ਹੋ ਰਿਹਾ ਹੈਗਾ ਤੇ ਉਹਦੇ ਨਾਲ ਸਾਨੂੰ ਖੁਦ ਨੂੰ ਵੀ ਚੇਂਜ ਜਿਹੜਾ ਹੋਣਾ ਚਾਹੀਦਾ। ਡੈਫੀਨਿਟਲੀ ਜਿਹੜੀ ਚੇਂਜ ਹੈ ਨਾ ਜੀ, ਇਹ ਨੇਚਰ ਦਾ ਲਾ ਆ, ਪੋਜ਼ਿਟਿਵ ਚੇਂਜ ਹੋਣੀ ਚਾਹੀਦੀ ਹੈ। ਪੋਜ਼ਿਟਿਵ ਚੇਂਜ ਦੇਖੋ, ਜਿਹੜੇ ਪੱਤੇ ਕਦੀ ਹਰੇ ਹੁੰਦੇ ਨੇ ਵੀ ਸੁੱਕ ਕੇ ਡਿੱਗਦੇ ਨੇ, ਫਿਰ ਨਵੇਂ ਪੱਤੇ ਆਉਂਦੇ ਨੇ, ਨਵੀਂ ਹਰਿਆਲੀ ਆਉਂਦੀ ਹੈ, ਮੀਂਹ ਪੈਂਦਾ, ਸਨੋ ਪੈਂਦੀ। ਇਸ ਤਰ੍ਹਾਂ ਇਨਸਾਨ ਨੂੰ ਵੀ ਐਡਜਸਟ ਹੋਣਾ ਪੈਂਦਾ। ਇੰਡੀਆ ਤੋਂ ਆਪਾਂ ਕੈਨੇਡਾ ਆਏ ਹਾਂ, ਤੇ ਇੰਡੀਆ ਦਾ ਸਾਡਾ ਕਲਚਰ, ਇੰਡੀਆ ਸਾਡਾ ਵੈਦਰ, ਇੰਡੀਆ ਦੇ ਸਾਡੀ ਰਹਿਣੀ ਸਹਿਣੀ, ਭਾਸ਼ਾ ਵੀ ਹੋਰ ਸੀ। ਹੁਣ ਕੈਨੇਡਾ 'ਚ ਆ ਗਏ ਹਾਂ, ਹੁਣ ਆਪਾਂ ਨੂੰ ਇੱਥੇ ਐਡਜਸਟ ਹੋਣਾ ਪੈਣਾ। ਜਦੋਂ ਆਪਾਂ ਕੈਨੇਡਾ ਆਏ ਹਾਂ, ਸਾਡਾ ਹੁਣ ਜੀ ਕਰਦਾ ਆਪਾਂ ਘਰ ਲੈਣਾ ਆ, ਤੇ ਘਰ ਲੈਣਾ ਤਾਂ ਫਿਰ ਆਪਾਂ ਮੌਰਗੇਜ ਲੈਣੀ ਆ। ਸੋ ਮੌਰਗੇਜ ਦੀ ਗੱਲਬਾਤ ਅੱਜ ਕਰਦੇ ਹਾਂ। ਮੌਰਗੇਜ ਲੈਣੀ ਹੈ ਤਾਂ ਫਿਰ ਸਾਨੂੰ ਤੁਹਾਡੇ ਕੋਲ ਆਉਣਾ ਪੈਣਾ ਹੈ। ਸੋ ਇਸੇ ਕਰਕੇ ਤੁਸੀਂ ਚੇਂਜ ਦੀ ਗੱਲ ਕੀਤੀ, ਐਡਜਸਟਮੈਂਟ ਦੀ ਗੱਲ ਕੀਤੀ, ਤੇ ਇੱਕ ਐਡਜਸਟੇਬਲ ਮੌਰਗੇਜ ਹੁੰਦੀ ਹੈ, ਵੇਰੀਏਬਲ ਮੌਰਗੇਜ ਹੁੰਦੀ ਹੈ, ਤੇ ਇੱਕ ਫਿਕਸਡ ਹੁੰਦੀ ਹੈ। ਕੀ ਫਰਕ ਹੈ ਇਹਨਾਂ 'ਚ? ਹਾਂ ਬਿਲਕੁਲ, ਬਹੁਤ ਤੁਹਾਡਾ ਵਧੀਆ ਕੁਐਸਚਨ ਹੈ।
ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਲੋਕ ਘਰ ਖਰੀਦ ਰਹੇ ਨੇ ਕਿਉਂਕਿ ਮਾਰਗੇਜ ਰੇਟ ਬੜਾ ਘੱਟ ਹੈ ਔਰ ਲੋਕਾਂ ਨੂੰ ਘੱਟ ਰੇਟ ਤੇ ਮਾਰਗੇਜਾਂ ਮਿਲ ਰਹੀਆਂ ਔਰ ਕਿਸ਼ਤ ਘੱਟ ਬਣ ਰਹੀ ਹੈ। ਸੋ ਦੋ ਤਰ੍ਹਾਂ ਦੀ ਯੂਜ਼ਲੀ ਜਿਹੜੀ ਆ ਮਾਰਗੇਜ ਹੁੰਦੀ ਆ। ਇੱਕ ਹੁੰਦੀ ਹੈ ਕਿ ਫਿਕਸ ਰੇਟ, ਇੱਕ ਹੁੰਦਾ ਵੇਰੀਏਬਲ ਰੇਟ। ਫਿਕਸ ਰੇਟ ਦਾ ਮਤਲਬ ਹੈ ਕਿ ਜੋ ਵੀ ਸਾਨੂੰ ਰੇਟ ਅੱਜ ਮਿਲਿਆ ਬੈਂਕ ਦੇ ਕੋਲੋਂ ਉਹ ਆਪਾਂ ਫਿਕਸ ਹੋ ਜਾਣਾ, ਉਹ ਆਉਂਦੇ 5 ਸਾਲਾਂ 'ਚ ਨਾ ਤਾਂ ਵਧੇਗਾ ਤੇ ਨਾ ਘਟੇਗਾ। ਵੇਰੀਏਬਲ ਰੇਟ ਉਹ ਹੁੰਦਾ ਜਿਹੜਾ ਲੈਟਸ ਸੇ ਪ੍ਰਾਈਮ ਦੇ ਨਾਲ ਚੱਲਦਾ। ਪ੍ਰਾਈਮ ਰੇਟ ਅੱਜ ਦਾ 2.45 ਹੈ। ਯੂਜ਼ਲੀ ਜਿਹੜੇ ਲੋਕ ਮਾਰਗੇਜ ਲੈਂਦੇ ਨੇ ਉਹਨੂੰ ਪ੍ਰਾਈਮ ਮਾਈਨਸ ਹਾਫ, ਪ੍ਰਾਈਮ ਮਾਈਨਸ 1 ਇਦਾਂ ਰੇਟ ਮਿਲ ਜਾਂਦਾ। ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਜੇ ਕੋਈ ਮਾਰਗੇਜ ਲੈ ਰਿਹਾ 2.45 ਹੈ ਤੇ ਉਹਨੂੰ 1.5 ਦਾ ਮਿਲ ਗਿਆ ਰੇਟ ਵੇਰੀਏਬਲ, ਤੇ ਅੱਜ ਉਹਨਾਂ ਦੀ ਜਿਹੜੀ ਕਿਸ਼ਤ ਹੈ ਉਹ ਵੇਰੀਏਬਲ ਦੇ ਹਿਸਾਬ ਨਾਲ ਉਹ 1.5 ਦੇ ਹਿਸਾਬ ਨਾਲ ਬਣੇਗੀ। ਕੱਲ ਨੂੰ ਜੇ ਪ੍ਰਾਈਮ ਵੱਧ ਜਾਂਦਾ ਆ ਤੇ ਉਹ ਕਿਸ਼ਤ ਦੇ ਜਿਹੜੀ ਉਹਨਾਂ ਦੀ ਪੇਮੈਂਟ ਵੱਧ ਜਾਏਗੀ, ਤੇ ਜੇ ਕਿਤੇ ਘਟ ਜਾਂਦਾ ਆ ਤਾਂ ਘਟ ਜਾਏਗੀ। ਸੋ ਵੇਰੀਏਬਲ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦੀ ਆ ਕਿ ਜਿਵੇਂ ਕਿਉਂਕਿ ਰੇਟ ਘੱਟ ਹੋਣ ਨਾਲ ਤੁਹਾਡੇ ਕੋਲ ਆਪਸ਼ਨ ਹੈ ਵੀ ਘੱਟ ਰੇਟ ਦੇ ਰਹੇ ਹੋ, ਪਰ ਫਿਕਸ ਤੁਹਾਡੇ ਕੋਲ ਇਹ ਆਪਸ਼ਨ ਨਹੀਂ ਹੁੰਦੀ ਕਿ ਤੁਸੀਂ ਘੱਟ ਵੱਧ ਦਾ ਫਾਇਦਾ ਲੈ ਸਕੋ। ਸੋ ਦਿਸ ਇਜ਼ ਮੇਜਰ ਇੱਕ ਡਿਫਰੈਂਸ ਆਪਾਂ ਕਹਿ ਸਕਦੇ ਹਾਂ। ਜਿਹੜੀ ਫਿਕਸ ਹੈ ਉਹ 5 ਸਾਲ ਲਈ ਫਿਕਸ, ਉਹਨੂੰ ਤੋੜ ਨਹੀਂ ਸਕਦੇ। ਜਿਹੜੀ ਵੇਰੀਏਬਲ ਹੈ ਉਹ ਤੁਸੀਂ ਐਨੀ ਟਾਈਮ ਉਹ 'ਚੋਂ ਬਾਹਰ ਵੀ ਜਾ ਸਕਦੇ ਹੋ, ਐਨੀ ਟਾਈਮ ਉਹਨੂੰ ਫਿਕਸ ਵੀ ਕਰ ਸਕਦੇ ਹੋ। ਸੋ ਤੁਹਾਡੇ ਕੋਲ ਜ਼ਿਆਦਾ ਫਰੀडम ਹੈ ਉਹਦੇ 'ਚ। ਸੋ ਇਹਦੇ 'ਚ ਕਿਹੜਾ ਮੋਰਗੇਜ ਕਰਵਾਉਣ ਦਾ ਫਾਇਦਾ ਹੈ, ਫਿਕਸਡ ਕਰਵਾਉਣ ਦਾ ਜਾਂ ਐਡਜਸਟੇਬਲ? ਇਹ ਵੀ ਤੁਹਾਡੀ ਆਪ ਦੀ ਨੇਚਰ ਤੇ ਤੁਸੀਂ ਕਿਵੇਂ ਰਹਿਣਾ। ਲੈਟਸ ਸੇ ਵੀ ਇੱਕ ਬੰਦਾ ਕਹਿੰਦਾ ਮੈਂ ਇੱਕ ਘਰ ਲੈ ਲਿਆ, ਹੁਣ ਮੈਂ ਨਾ ਤੇ ਇਹਨੂੰ ਵੇਚਣਾ, ਨਾ ਕੁਝ ਹੋਰ ਕਰਨਾ, ਤੇ ਨਾ ਮੈਂ ਕੋਈ ਇਨਵੈਸਟਮੈਂਟ ਕਰਨੀ ਹੈ, ਉਹ ਫਿਕਸ ਲਵੇ ਤਾਂ ਉਹਦੇ ਲਈ ਬੈਟਰ ਹੈ ਕਿਉਂਕਿ ਉਹਨੇ ਕੁਝ ਤਾਂ ਕਰਨਾ ਨਹੀਂ, ਉਹਨੇ ਆਪਣੀ ਜੌਬ ਕਰਨੀ ਹੈ ਤੇ ਉਹਨੇ 1 ਮਹੀਨੇ ਦੀ ਵੱਧਵੀਂ ਕਿਸ਼ਤ ਦੇਣੀ ਹੈ। ਦੂਜੇ ਪਾਸੇ ਲੋਕ ਹੁੰਦੇ ਨੇ ਐਂਟਰਪ੍ਰੈਨਿਓਰ ਨੇਚਰ ਦੇ, ਪੰਜਾਬੀ ਸਪੈਸ਼ਲੀ ਇਦਾਂ ਦੇ ਨੇ। ਉਹਨਾਂ ਨੇ ਅੱਜ ਜੇ ਘਰ ਲੈ ਲਿਆ ਤੇ ਸਾਲ ਦੇ ਵਿੱਚ ਜੇ $1 ਲੱਖ $1.5 ਲੱਖ ਕੀਮਤ ਵੱਧ ਗਈ ਉਹਦੀ, ਤੇ ਉਹਨਾਂ ਨੇ ਉਹ ਘਰ ਵੇਚ ਕੇ ਫਿਰ ਅੱਗੇ ਉਹ ਤੋਂ ਵੱਡਾ ਘਰ ਲੈਣਾ। ਅੱਜ ਜੇ ਉਹਨਾਂ ਕੋਲ ਇੱਕ ਰੈਂਚਰ ਹੈ ਤਾਂ ਉਹਨਾਂ ਨੇ ਬੇਸਮੈਂਟ ਵਾਲਾ ਘਰ ਲੈਣਾ। ਜੇ ਬੇਸਮੈਂਟ ਵਾਲਾ ਘਰ ਉਹਨਾਂ ਕੋਲ ਹੈ ਤੇ ਵੇਚ ਕੇ 2 ਬੇਸਮੈਂਟ ਵਾਲਾ ਜਾਂ ਨਵਾਂ ਜਿਹਾ ਘਰ ਲੈਣਾ। ਉਹਨਾਂ ਲੋਕਾਂ ਵਾਸਤੇ ਵੇਰੀਏਬਲ ਰੇਟ ਬਹੁਤ ਵਧੀਆ, ਕਿਉਂਕਿ ਵੇਰੀਏਬਲ ਰੇਟ ਜੋ ਤੁਹਾਨੂੰ ਮਿਲਦਾ, ਤੁਸੀਂ ਜਦੋਂ ਆਪਣੀ ਪ੍ਰਾਪਰਟੀ ਵੇਚਦੇ ਹੋ ਤੇ ਇੰਟਰਸਟ ਪੈਨਲਟੀ ਸਿਰਫ 3 ਮਹੀਨੇ ਦੀ ਲੱਗਦੀ ਹੈ, ਤੇ ਜਦ ਕਿ ਫਿਕਸ ਦੀ ਪੈਨਲਟੀ ਪੂਰੀ 5 ਸਾਲ ਦੀ ਟਰਮ ਦੀ ਲੱਗਦੀ ਹੈ। ਇਸ ਕਰਕੇ ਆਪਣੀ ਨੇਚਰ, ਜੇ ਤੁਸੀਂ ਰਿਸਕ ਟੇਕ ਕਰੋ, ਥੋੜਾ ਬਹੁਤਾ ਰਿਸਕ ਲੈ ਸਕਦੇ ਹੋ, ਫਿਰ ਵੇਰੀਏਬਲ ਨਾ ਜਾਓ ਕਿਉਂਕਿ ਵੇਰੀਏਬਲ ਜੇ ਕੱਲ ਨੂੰ ਹੋਰ ਥੱਲੇ ਆ ਗਿਆ ਤੁਹਾਨੂੰ ਹੋਰ ਫਾਇਦਾ ਹੋ ਜਾਣਾ। ਤੇ ਫਿਕਸ ਦੇ ਵਿੱਚ ਜੇ ਉਹ ਥੱਲੇ ਆਇਆ ਤੁਹਾਡਾ ਰੇਟ ਜਿਹੜਾ ਹੈ ਪ੍ਰਾਈਮ ਰੇਟ, ਉਹ ਥੱਲੇ ਤੁਹਾਡੀ ਕਿਸ਼ਤ ਨਹੀਂ ਆਏਗੀ। ਸੋ ਅਗੇਨ ਆਪਣੀ ਨੇਚਰ ਤੇ ਡਿਪੈਂਡ ਕਰਦਾ ਜੀ। ਬਟ ਹੋ ਸਕਦਾ ਕਿ ਕਿੱਦਾਂ ਤੁਸੀਂ ਕਰ ਸਕਦੇ ਆ। ਹੁਣ ਜਦੋਂ ਚੇਂਜ ਆਉਂਦਾ ਆ, ਹੁਣ ਆਪਾਂ ਕੋਈ ਮਾਰਗੇਜ ਕਰਵਾ ਲਈ ਹੈਗੀ ਆ, ਸੋ ਹੁਣ ਉਹਦੀਆਂ ਜਿਹੜੀਆਂ ਮੰਥਲੀ ਪੇਮੈਂਟਸ ਹੈਗੀਆਂ ਨੇ, ਜਦੋਂ ਆਪਾਂ ਮੰਥਲੀ ਪੇਮੈਂਟਸ ਬਣ ਕੇ ਜਾਂਦੀਆਂ ਨੇ, ਕੀ ਇਹ ਡਿਊਰਿੰਗ ਲੋਨ ਟਾਈਮ ਦੇ ਵਿੱਚ ਚੇਂਜ ਵੀ ਹੋ ਜਾਂਦੀਆਂ? ਜੀ ਅਗੇਨ ਪਹਿਲੇ ਕੁਐਸਚਨ ਦੇ ਨਾਲ ਇਹ ਕਾਫੀ ਗੱਲ ਮਿਲਦੀ ਜੁਲਦੀ ਹੈ। ਜੇ ਤੁਹਾਡਾ ਫਿਕਸ ਰੇਟ ਹੈ ਤੇ ਫਿਕਸ ਰੇਟ ਨਾਲ ਤੁਹਾਡੀਆਂ ਕਿਸ਼ਤਾਂ ਵੀ ਫਿਕਸ ਵੱਜੀਆਂ ਜਾਣੀਆਂ ਔਰ 5 ਸਾਲ ਦੀ ਤੁਹਾਨੂੰ ਯੂਜ਼ਲੀ ਜਿਹੜੀ ਹੈ ਟਰਮ ਮਿਲਦੀ ਹੈ। ਅਮਾਰਟਾਈਜੇਸ਼ਨ 25 ਤੋਂ 30 ਸਾਲ ਦੀ ਹੋ ਸਕਦੀ ਹੈ। ਫੁੱਲੀ ਲੋਨ ਪੇਡ ਹੋਣਾ ਉਹਨੂੰ ਅਮਾਰਟਾਈਜੇਸ਼ਨ ਕਹਿੰਦੇ ਆ। 25 ਜਾਂ 30 ਸਾਲ ਦੀ ਹੋਏਗੀ ਵੀ ਇੰਨੇ ਸਾਲੇ ਤੁਹਾਡਾ ਲੋਨ ਪੇਮੈਂਟ ਹੋਣਾ, ਪਰ ਤੁਹਾਨੂੰ ਟਰਮ 5 ਸਾਲ ਮਿਲਦੀ ਹੈ। ਹਰ 5 ਸਾਲ ਤੋਂ ਬਾਅਦ ਤੁਹਾਡੀ ਇਨਕਮ ਇੰਟਰਸਟ ਰੇਟ ਨਾਲ ਤੁਹਾਨੂੰ ਫਿਰ ਕੁਆਲੀਫਾਈ ਕਰਕੇ ਉਹ ਇੱਕ ਨਵੀਂ ਮਾਰਗੇਜ ਦਿੰਦੇ ਨੇ। ਉਹ ਜੇ ਆਪਾਂ ਫਿਕਸ ਲਈ ਹੋਈ ਹੈ ਤਾਂ ਤੁਹਾਡੀ ਕਿਸ਼ਤ ਨਾ ਤਾਂ ਵਧੇਗੀ ਤੇ ਨਾ ਹੀ ਘਟੇਗੀ, ਪਰ ਜੇ ਤੁਸੀਂ ਵੇਰੀਏਬਲ ਰਹੀ ਹੈ ਤੁਹਾਡੀ ਮੰਥਲੀ ਪੇਮੈਂਟ ਉਹ ਵੱਧ ਘਟ ਸਕਦੀ ਹੈ ਔਰ ਉਹਦਾ ਤੁਸੀਂ ਫਾਇਦਾ ਲੈ ਸਕਦੇ ਹੋ। ਪਰ ਹੋ ਸਕਦਾ ਜੇ ਤੁਸੀਂ ਬਜਟ ਬੜਾ ਤੁਹਾਡਾ ਟਾਈਟ ਹੈ ਤਾਂ ਨੁਕਸਾਨ ਵੀ ਹੋ ਸਕਦਾ। ਹੁਣ ਤੁਸੀਂ ਇੰਟਰਸਟ ਰੇਟ ਦੀ ਗੱਲ ਕੀਤੀ ਹੈ, ਇੰਟਰਸਟ ਰੇਟ ਕੀ ਹੁੰਦਾ ਜੀ? ਓਕੇ, ਜਿਹੜਾ ਇੰਟਰਸਟ ਰੇਟ ਹੈ ਪਹਿਲੀ ਤਾਂ ਗੱਲ ਇਹ ਬੈਂਕ ਆਫ ਕੈਨੇਡਾ ਵੱਲੋਂ ਨਿਰਧਾਰਿਤ ਕੀਤਾ ਜਾਂਦਾ, ਪ੍ਰਾਈਮ ਰੇਟ ਇਹਨੂੰ ਕਹਿੰਦੇ ਆ। ਕਿਉਂਕਿ ਜਿਹੜਾ ਹੁਣ ਵੀ ਇੱਕ ਅਜਿਹੀ ਸਥਿਤੀ ਕਰਕੇ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਸਥਿਤੀ ਬਣੀ ਹੋਈ ਹੈ, ਬੈਂਕ ਆਫ ਕੈਨੇਡਾ ਨੇ ਜਿਹੜੀਆਂ ਆਪਣੀਆਂ ਇੰਟਰਸਟ ਰੇਟ ਹੈਗੇ ਨੇ ਉਹ ਵਧਾਏ ਨਹੀਂ, ਉਸੇ ਤਰ੍ਹਾਂ ਤੇ ਫਿਕਸ ਕੀਤੇ ਹੋਏ ਨੇ। ਸੋ ਉਹੀ ਇੰਟਰਸਟ ਰੇਟ ਦੀ ਗੱਲ ਤੁਸੀਂ ਕਰ ਰਹੇ ਹੋ। 100% ਬਿਲਕੁਲ। ਪ੍ਰਾਈਮ ਰੇਟ ਜਿਹੜਾ ਨਿਰਧਾਰਿਤ ਕੀਤਾ ਜਾਂਦਾ ਬੈਂਕ ਆਫ ਕੈਨੇਡਾ ਤੋਂ। ਹੁਣ ਬੈਂਕਾਂ ਉਹਦੇ ਹਿਸਾਬ ਦੇ ਨਾਲ ਉਸ ਰੇਟ ਤੋਂ ਜਾਂ ਤਾਂ ਥੋੜਾ ਘੱਟ ਕਰਕੇ ਤੁਹਾਨੂੰ ਮਾਰਗੇਜ ਦੇ ਦਿੰਦੀ ਹੈ, ਕਈ ਬੈਂਕਾਂ ਥੋੜਾ ਜਿਹਾ ਰੇਟ ਵਧਾ ਕੇ ਦਿੰਦੇ। ਜਿਵੇਂ ਅੱਜ ਦੀ ਆਪਾਂ ਫੇਰ ਗੱਲ ਕਰੀਏ 2.45 ਪ੍ਰਾਈਮ ਰੇਟ ਹੈ। ਕੁਆਲੀਫਿਕੇਸ਼ਨ ਰੇਟ ਨਹੀਂ 2.45, ਕੁਆਲੀਫਿਕੇਸ਼ਨ ਰੇਟ 5.25 ਹੈ ਕਿਉਂਕਿ ਸਟ੍ਰੈਸ ਟੈਸਟ ਕੀਤਾ ਜਾਂਦਾ ਵੀ ਜੇ ਤੁਹਾਨੂੰ ਸਟ੍ਰੈਸ ਪੈ ਜਾਏ, ਇਨਕਮ ਘਟ ਜਾਵੇ ਤੇ ਤੁਸੀਂ ਕਿੰਨਾ ਵੱਧ ਤੋਂ ਵੱਧ ਮਾਰਗੇਜ ਦੀ ਕਿਸ਼ਤ ਦੇ ਸਕਦੇ ਹੋ। ਉਹ ਸਿਰਫ ਟੈਸਟ ਕਰਨ ਵਾਸਤੇ ਹੈ। ਇੱਕ ਵਾਰ ਤੁਸੀਂ ਉਹ ਪਾਸ ਕਰ ਗਏ, ਜਿਵੇਂ ਆਪਾਂ ਕਹਿੰਦੇ ਨਾ ਵੀ ਜਿਹੜੀ ਪੜ੍ਹਾਈ ਹੈ ਡਾਕਟਰ ਦੀ ਜਾਂ ਕਿਸੇ ਚੀਜ਼ ਦੀ ਵੀ, ਉਹ ਜਦ ਤੱਕ ਤੁਸੀਂ ਪੜ੍ਹਦੇ ਹੋ ਉਨਾ ਚਿਰ ਉਸ ਪੜ੍ਹਾਈ ਦੀ ਜ਼ਿਆਦਾ ਲੋੜ ਪੈਂਦੀ ਹੈ, ਉਸ ਤੋਂ ਬਾਅਦ ਤਾਂ ਤੁਸੀਂ ਜੋ ਲਾਈਫ 'ਚ ਤਜਰਬਾ ਕਰਦੇ ਉਹਦੇ ਨਾਲ ਚੱਲਦਾ। ਐਗਜ਼ੈਕਟਲੀ ਇਹ। ਤੇ ਜਿਹੜਾ ਪ੍ਰਾਈਮ ਰੇਟ ਹੈ 2.45, ਇਹ ਬੈਂਕ ਆਫ ਕੈਨੇਡਾ ਤੋਂ ਆਧਾਰਿਤ ਕੀਤਾ ਜਾਂਦਾ। ਇਹਦੇ 'ਚੋਂ ਤੁਹਾਨੂੰ ਯੂਜ਼ਲੀ ਕਈ ਵਾਰ ਮਾਈਨਸ ਰੇਟ 'ਤੇ ਜੇ ਰੈਜ਼ੀਡੈਂਸ਼ੀਅਲ ਘਰ ਹੈ ਮਿਲ ਜਾਂਦਾ। ਸੋ ਉਸ ਰੇਟ ਦੇ ਨਾਲ ਫਿਰ ਤੁਹਾਡੀਆਂ ਕਿਸ਼ਤਾਂ ਜਿਹੜੀਆਂ ਬਣਾਈ ਜਾਂਦੀਆਂ। ਜਿਹੜੀ ਕਿਸ਼ਤ ਹੁੰਦੀ ਹੈ ਇਹ 'ਚ ਇਕੱਲਾ ਵਿਆਜ ਨਹੀਂ ਹੁੰਦਾ, ਇਹਦੇ 'ਚ ਮੂਲ ਵੀ ਉਤਰਦਾ ਜਿਹਨੂੰ ਆਪਾਂ ਇਕੁਇਟੀ ਬਿਲਡਿੰਗ ਕਹਿੰਦੇ ਆ, ਜਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਤੁਹਾਡਾ ਪ੍ਰਿੰਸੀਪਲ ਜਿਹੜੀ ਅਮਾਊਂਟ ਹੈ ਉਹ ਘਟ ਰਹੀ ਹੈ। ਸੋ ਪ੍ਰਿੰਸੀਪਲ ਅਮਾਊਂਟ ਤੇ ਵਿਆਜ ਉਹਨੂੰ ਜੋੜ ਕੇ ਤੁਹਾਡੀ ਕਿਸ਼ਤ ਬਣਾਈ ਜਾਂਦੀ ਹੈ ਤੁਹਾਡੇ ਰੇਟ ਆਫ ਇੰਟਰਸਟ ਦੇ ਹਿਸਾਬ ਨਾਲ, ਤੇ ਉਹ ਹੌਲੀ ਹੌਲੀ ਫਿਰ ਤੁਹਾਡੀ ਜਿਹੜੀ ਹੈ ਇਕੁਇਟੀ ਬਿਲਡ ਹੁੰਦੀ ਹੈ। ਪ੍ਰਿੰਸੀਪਲ ਘਟਦਾ ਜਾਂਦਾ, 5 ਸਾਲ ਫਿਰ ਅਗਲੇ 5 ਸਾਲ ਫਿਰ ਅਗਲੇ 5 ਸਾਲ,
25 ਜਾਂ 30 ਸਾਲ ਦੇ ਵਿੱਚ ਘਰ ਤੁਹਾਡਾ ਫ੍ਰੀ ਹੋ ਜਾਂਦਾ ਔਰ ਤੁਸੀਂ ਫੇਰ ਮੌਜਾਂ ਕਰਦੇ ਹੋ ਆਪਣੇ ਘਰ 'ਚ। ਜੀ ਇੰਟਰਸਟ ਰੇਟ ਦੀ ਅਸੀਂ ਗੱਲ ਕਰਦੇ ਹਾਂ, ਜਿਵੇਂ ਮੈਂ ਕਿਹਾ ਕਿ ਹੁਣ ਬੈਂਕ ਆਫ ਕੈਨੇਡਾ ਨੇ ਜਿਹੜਾ ਫਿਕਸ ਕੀਤਾ ਹੋਇਆ, ਪਰ ਹਰ ਵਾਰ ਇਹ ਫਿਕਸ ਨਹੀਂ ਹੁੰਦਾ। ਸੋ ਸਰਕਮਸਟੈਂਸਸ ਦੇਖ ਕੇ, ਸਿਚੁਏਸ਼ਨ ਦੇਖ ਕੇ ਇਹ ਚੇਂਜ ਕਰ ਦਿੱਤਾ ਜਾਂਦਾ। ਆਪਾਂ ਕਹਿੰਦੇ ਨੇ ਫਲਕਚੁਏਟ ਕਰਦਾ ਰਹਿੰਦਾ ਹੈ। ਜੀ। ਹੁਣ ਉਸ ਦੇ ਹਿਸਾਬ ਦੇ ਨਾਲ ਜੇ ਅਸੀਂ ਜਿਹੜੀ ਇਹ ਹੈ ਉਹ ਰੇਟ ਲੌਕ ਵੀ ਕਰ ਸਕਦੇ ਹਾਂ, ਜੇ ਕਰ ਸਕਦੇ ਹਾਂ ਤਾਂ ਕਿਹੜਾ ਟਾਈਮ ਹੋ ਸਕਦਾ ਲੌਕ ਕਰਨ ਦਾ? ਡੈਫੀਨੇਟਲੀ ਦੇਖੋ, ਜੇ ਤਾਂ ਆਪਾਂ ਫਿਕਸ ਰੇਟ ਲਿਆ ਉਹ ਤਾਂ ਆਲਰੇਡੀ ਲੌਕ ਹੈ, ਪਰ ਜੇ ਆਪਾਂ ਵੇਰੀਏਬਲ ਰੇਟ ਲਿਆ ਹੋਇਆ ਉਹਨੂੰ ਆਪਾਂ ਲੌਕ ਕਰ ਸਕਦੇ ਹਾਂ। ਓਕੇ, ਆਪਾਂ ਨੂੰ ਥੋੜਾ ਬਹੁਤਾ ਜਾਂ ਤਾਂ ਖੁਦ ਮਾਰਕੀਟ ਮੋਨੀਟਰ ਕਰਨੀ ਚਾਹੀਦੀ ਹੈ, ਨਿਊਜ਼ ਵੀ ਸੁਣਦੇ ਰਹੋ, ਦੈਟ ਇਜ਼ ਗੁੱਡ ਇਨਫ। ਨਿਊਜ਼ 'ਚ ਪਤਾ ਲੱਗ ਜਾਂਦਾ ਕਿ ਜੀ ਪ੍ਰਾਈਮ ਰੇਟ ਚਲਾ ਗਿਆ ਉੱਪਰ। ਜੇ ਪ੍ਰਾਈਮ ਰੇਟ ਕੋ 0.25 0.10 ਵੱਧਦਾ ਜਾਂ ਘਟਦਾ, ਉਹਦਾ ਕੋਈ ਬਹੁਤ ਵੱਡਾ ਫਰਕ ਪੈਂਦਾ ਨਹੀਂ। ਜੀ ਜਦ ਤੱਕ ਬਹੁਤ ਵੱਡਾ ਚੇਂਜ ਨਾ ਹੋਵੇ, 1% ਵੱਧ ਗਿਆ ਜਾਂ ਉਸ ਤੋਂ ਜ਼ਿਆਦਾ ਦੀ ਚੇਂਜ ਆ ਗਈ ਹੈ, ਉਹ ਸਾਨੂੰ ਇਫੈਕਟ ਕਰਦਾ। ਬਾਕੀ ਇਹ ਹੈ ਵੀ ਤੁਸੀਂ ਜਿਹੜਾ ਵੀ ਤੁਹਾਡਾ ਮਾਰਗੇਜ ਬ੍ਰੋਕਰ ਆ ਉਹਦੇ ਸੰਪਰਕ 'ਚ ਰਹੋ, ਹਮੇਸ਼ਾ ਉਹਨਾਂ ਨੂੰ ਕਾਲ ਕਰਦੇ ਰਹੋ, ਪੁੱਛਦੇ ਰਹੋ। ਔਰ ਐਨੀ ਟਾਈਮ ਜੇ ਤੁਸੀਂ ਵੇਰੀਏਬਲ ਰਿਹਾ ਤੁਹਾਨੂੰ ਲੱਗ ਰਿਹਾ ਹੋਵੇ ਕਿ ਹੁਣ ਮਾਰਕੀਟ ਦੇ ਵਿੱਚ ਰੇਟ ਉੱਪਰ ਜਾਣਾ, ਐਨੀ ਟਾਈਮ ਲੌਕ ਕਰ ਸਕਦੇ ਹੋ। ਸੋ ਲੌਕ ਕੀਤੀ ਜਾ ਸਕਦੀ ਹੈ, ਜੋ ਤੁਸੀਂ ਕਿਹਾ ਕਿ ਬੈਂਕ ਤੋਂ ਕੀਤੀ ਜਾਵੇ ਮੌਰਗੇਜ, ਤੁਸੀਂ ਵੀ ਮੌਰਗੇਜ ਬ੍ਰੋਕਰ ਹੋ। ਹੁਣ ਕਿਹੜਾ ਆਪਸ਼ਨ ਵਧੀਆ, ਸਾਨੂੰ ਬੈਂਕ ਵੱਲ ਜਾਣਾ ਚਾਹੀਦਾ ਜਾਂ ਮੌਰਗੇਜ ਬ੍ਰੋਕਰ ਦੇ ਵੱਲ ਜਾਣਾ ਚਾਹੀਦਾ? ਸਾਨੂੰ ਕਿੱਥੇ ਬੈਨੀਫਿਟ ਹੋ ਸਕਦਾ? ਜੀ ਡੈਫੀਨੇਟਲੀ ਦੇਖੋ, ਮੈਂ ਇਸ ਗੱਲ ਤੇ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਵੀ ਜਿਹੜੀ ਬੈਂਕ ਹੈ ਔਰ ਮੌਰਗੇਜ ਬ੍ਰੋਕਰ, ਇਹ ਦੋ ਚੀਜ਼ਾਂ ਨੇ। ਜਿਹੜੇ ਬੈਂਕ ਦੇ ਵਿੱਚ ਇੰਪਲਾਈ ਕੰਮ ਕੀਤੇ, ਉਹ ਟ੍ਰੇਨਡ ਕੀਤੇ ਉਹ ਬੈਂਕ ਨੇ, ਉਹਨਾਂ ਦੇ ਕੋਲ ਬਹੁਤੀ ਵਾਰ ਜਿਹੜਾ ਲਾਇਸੈਂਸ ਵੀ ਨਹੀਂ ਹੁੰਦਾ ਮਾਰਗੇਜ ਬ੍ਰੋਕਰ ਦਾ। ਤੇ ਮਾਰਗੇਜ ਜਿਹੜੇ ਬ੍ਰੋਕਰ ਨੇ ਉਹ ਲਾਇਸੈਂਸ ਲੈ ਕੇ UBC ਤੋਂ ਟੈਸਟ ਪਾਸ ਕਰਕੇ ਆਉਂਦੇ ਨੇ, ਔਰ ਉਹ ਇੱਕ ਨਹੀਂ 50-60 ਬੈਂਕਾਂ ਦੇ ਨਾਲ ਕੰਮ ਕਰਦੇ ਨੇ, 50-60 ਲੈਂਡਰਸ ਦੇ ਨਾਲ ਕੰਮ ਕਰਦੇ ਨੇ। ਜਦੋਂ ਇੱਕ ਕਲਾਇੰਟ ਬੈਂਕ ਦੇ ਵਿੱਚ ਜਾਏਗਾ ਤੇ ਜਿਹੜਾ ਬੈਂਕ ਦਾ ਇੰਪਲਾਈ ਆ ਉਹ ਕਿਹਦੇ ਲਈ ਕੰਮ ਕਰੇਗਾ? ਬੈਂਕ ਵਾਸਤੇ, ਉਹ ਬੈਂਕ ਦਾ ਫਾਇਦਾ ਦੇਖੇਗਾ। ਦੂਜੇ ਪਾਸੇ ਜਦੋਂ ਉਹੀ ਕਲਾਇੰਟ ਇੱਕ ਮਾਰਗੇਜ ਬ੍ਰੋਕਰ ਕੋਲ ਆਏਗਾ ਤੇ ਮਾਰਗੇਜ ਬ੍ਰੋਕਰ ਦਾ ਉਹ ਗਾਹਕ ਹੈ, ਉਹਦਾ ਕਸਟਮਰ ਹੈ, ਉਹਨੂੰ ਉੱਥੋਂ ਕਮਿਸ਼ਨ ਮਿਲਣਾ, ਉਹ ਉਹਦੇ ਲਈ ਕੰਮ ਕਰੇਗਾ। ਮਾਰਗੇਜ ਬ੍ਰੋਕਰ ਕੋਸ਼ਿਸ਼ ਕਰੇਗਾ ਕਿ ਤੁਹਾਡੇ ਨੂੰ ਮਤਲਬ ਜੋ ਉਹਨਾਂ ਦਾ ਕਲਾਇੰਟ ਹੈ ਉਹਨਾਂ ਨੂੰ ਬੈਸਟ ਪੋਸੀਬਲ ਰੇਟ ਮਿਲੇ, ਬੈਸਟ ਪੋਸੀਬਲ ਸਰਵਿਸ ਮਿਲੇ ਔਰ ਬੈਸਟ ਪੋਸੀਬਲ ਰਿਲੇਸ਼ਨ ਬਣੇ, ਤਾਂ ਕਿ ਆਉਂਦੇ ਸਾਲਾਂ ਦੇ ਵਿੱਚ ਉਹਨੇ ਦੁਬਾਰਾ ਵੀ ਕੰਮ ਕਰਨਾ। ਬੈਂਕ ਦੇ ਵਿੱਚ ਅੱਜ ਇੱਕ ਬੰਦਾ ਕੰਮ ਕਰਦਾ, ਕੱਲ ਉਹਨੇ ਮੈਨੇਜਰ ਬਣ ਜਾਣਾ, ਪਰਸੋਂ ਨੂੰ ਕੋਈ ਬੈਂਕ ਲੋਕੇਸ਼ਨ ਚੇਂਜ ਹੋ ਜਾਏਗੀ, ਚੌਥ ਨੂੰ ਹੋ ਸਕਦਾ ਮਾਰਗੇਜ ਬ੍ਰੋਕਰ ਬਣ ਜਾਏ। ਸੋ ਅੱਜ ਜਿਹੜਾ ਉੱਥੇ ਬੰਦਾ ਹੈ, ਹੋ ਸਕਦਾ ਆਉਂਦੇ ਟਾਈਮ ਦੇ ਵਿੱਚ ਤੁਹਾਨੂੰ ਲੋੜ ਪਵੇ ਤੁਹਾਨੂੰ ਬੰਦਾ ਮਿਲੇ ਨਾ, ਪਰ ਜਿਹੜਾ ਮਾਰਗੇਜ ਬ੍ਰੋਕਰ ਹੈ ਕਿਉਂਕਿ ਉਹ ਮਾਰਕੀਟ ਦੇ ਵਿੱਚ ਬੈਠਾ, ਉਹਨੇ ਤੁਹਾਡੇ ਨਾਲ ਰਿਲੇਸ਼ਨ ਵੀ ਬਣਾਉਣਾ, ਉਹਨੇ ਤੁਹਾਨੂੰ ਬੈਟਰ ਰੇਟ ਵੀ ਲੈ ਕੇ ਦੇਣਾ, ਔਰ ਉਹਨੇ ਤੁਹਾਡੇ ਲਈ ਬੈਂਕ ਨਾਲ ਲੜਨਾ ਵੀ ਹੈ। ਜੇ ਇੱਕ ਬੈਂਕ ਕਹਿੰਦੀ ਹੈ ਕਿ ਨਹੀਂ ਆਹ ਰੇਟ ਨਹੀਂ, ਉਹ ਲੜੇਗਾ ਉਹਨਾਂ ਨਾਲ ਕਿ ਦੇਖੋ ਮੈਂ ਆਪਣੇ ਕਲਾਇੰਟ ਨੂੰ ਦੂਜੀ ਬੈਂਕ ਤੋਂ ਆਹ ਰੇਟ ਲੈ ਕੇ ਦੇ ਸਕਦਾ, ਤੁਸੀਂ ਵੀ ਘਟਾਓ। ਬੈਂਕ ਨਾਲ ਕੌਣ ਲੜੇਗਾ? ਬੈਂਕ ਦਾ ਆਪਣਾ ਇੰਪਲਾਈ ਥੋੜੀ ਲੜੇਗਾ ਆਪਣੇ ਬੌਸ ਨਾਲ ਜਾ ਕੇ ਜੀ ਘਟਾ ਦਿਓ। ਸੋ ਇਸ ਕਰਕੇ ਮੇਰਾ ਇਹ ਕਹਿਣਾ ਆ ਕਿ ਮਾਰਗੇਜ ਬ੍ਰੋਕਰ ਜਿਹੜਾ ਆ ਉਹ ਹਮੇਸ਼ਾ ਤੁਹਾਡੇ ਫਾਇਦੇ ਲਈ ਸੋਚਦਾ। ਸੋ ਮਾਰਗੇਜ ਬ੍ਰੋਕਰ ਹੋਣਾ ਬਹੁਤ ਜ਼ਰੂਰੀ ਹੈ। ਅੱਛਾ ਵਿਨੇ ਜੀ, ਮੈਨੂੰ ਇਹ ਦੱਸੋ ਕਿ ਰੈਂਟ ਟੂ ਓਨ ਮਾਰਗੇਜ ਹੁੰਦੀ ਹੈ ਇੱਕ, ਉਹ ਕੀ ਹੁੰਦੀ ਹੈ? ਹਾਂ, ਰੈਂਟ ਟੂ ਓਨ ਨਾ ਕੁਝ ਪ੍ਰਾਪਰਟੀਆਂ ਜਿਹੜੇ ਸੈਲਰਸ ਨੇ ਉਹ ਇਸ ਤਰ੍ਹਾਂ ਐਡਵਰਟਾਈਜ਼ ਕਰਦੇ ਨੇ। ਉਹਦੇ 'ਚ ਕੀ ਹੁੰਦਾ ਵੀ ਕੁਝ ਪ੍ਰਾਪਰਟੀਆਂ ਦੇ ਵਿੱਚ ਬਾਇਰ ਦੇ ਕੋਲ ਡਾਊਨ ਪੇਮੈਂਟ ਇਨਫ ਨਹੀਂ ਹੁੰਦੀ ਜੀ, ਤੇ ਉਹ ਰੈਂਟ ਟੂ ਓਨ ਕੰਟਰੈਕਟ ਸਾਈਨ ਕਰਦੇ ਨੇ। ਰੈਂਟ ਟੂ ਓਨ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਮੰਨ ਲਓ ਵੀ 3 ਜਾਂ 4 ਸਾਲ ਦਾ ਰੈਂਟਲ ਐਗਰੀਮੈਂਟ ਸਾਈਨ ਕੀਤਾ, ਔਰ ਤੁਹਾਡਾ ਰੈਂਟ ਹੈ ਐਗਜ਼ਾਮਪਲ ਲੈਣੇ ਜੇ $1500 ਹੈ, ਤੁਹਾਨੂੰ ਉਹਦੇ ਨਾਲ $1500 ਫੇ ਹੋਰ ਤੁਸੀਂ ਦੇ ਦਿੰਦੇ ਹੋ, $3000 ਦੇ ਰਹੇ ਹੋ। ਰੈਂਟ ਤਾਂ $1500 ਹੀ ਹੈ, ਜਿਹੜੇ ਉੱਪਰਲੇ ਤੁਸੀਂ $1500 ਹਰ ਮਹੀਨੇ ਜ਼ਿਆਦਾ ਦੇ ਰਹੇ ਹੋ, ਉਹ ਜਿਹੜੇ $1500 ਐਜ਼ ਅ ਡਾਊਨ ਪੇਮੈਂਟ ਲੈਂਡਲੋਡ ਕੋ ਜਮ੍ਹਾਂ ਹੋ ਰਿਹਾ ਤੁਹਾਡਾ। ਸੋ ਰਫਲੀ ਕਹਿ ਲਓ ਵੀ $18000 ਸਾਲ ਦਾ, ਤੇ 2 ਸਾਲਾਂ ਦੇ ਵਿੱਚ 18 36000 ਹੋ ਗਿਆ, 3 ਸਾਲਾਂ ਦੇ ਵਿੱਚ ਹੋਰ ਵੱਧ ਗਿਆ। ਸੋ 3 ਸਾਲ ਤੋਂ ਬਾਅਦ ਜੋ ਤੁਸੀਂ ਓਨ ਕਰਨਾ ਉਸ ਪ੍ਰਾਪਰਟੀ ਨੂੰ, ਉਹ ਤੁਹਾਡੀ ਐਜ਼ ਅ ਡਾਊਨ ਪੇਮੈਂਟ ਗਿਣੀ ਜਾਣੀ ਆ। ਉਦੋਂ ਤੁਸੀਂ ਫਿਰ ਮਾਰਗੇਜ ਕਰਾਉਣੀ ਆਪਣੀ, ਤੇ ਮਾਰਗੇਜ ਜੇ ਤੁਹਾਡੀ ਹੋ ਜਾਂਦੀ ਹੈ ਅਪਰੂਵ, ਦੈਨ ਯੂ ਕੈਨ ਓਨ ਦੈਟ ਪ੍ਰਾਪਰਟੀ। ਫਿਰ ਟਾਈਟਲ ਟ੍ਰਾਂਸਫਰ ਹੋ ਜਾਏਗਾ ਤੁਹਾਡੇ ਨਾਂ ਤੇ, ਜਿਹੜਾ ਲੈਂਡਲੋਰਡ ਸੀ ਤੁਹਾਡਾ ਉਹਨੂੰ ਪੈਸੇ ਮਿਲ ਜਾਣਗੇ। ਸੋ ਰੈਂਟ ਟੂ ਓਨ ਪ੍ਰਾਪਰਟੀਜ਼ ਦੇ ਵਿੱਚ ਤੁਸੀਂ ਰੈਂਟ ਕਰਦੇ ਕਰਦੇ ਆਪਣੇ ਪੈਸੇ ਜੋੜ ਕੇ ਉਹਨੂੰ 2 3 4 ਸਾਲ ਤੋਂ ਬਾਅਦ ਓਨਰ ਬਣ ਸਕਦੇ ਹੋ। ਸੋ ਰੈਂਟ ਟੂ ਓਨ ਇਸ ਤਰ੍ਹਾਂ ਜਿਹੜੀ ਮਾਰਗੇਜ ਆ ਉਦੋਂ ਹੀ ਹੋਣੀ ਆ ਜਦੋਂ ਤੁਹਾਡਾ ਕੰਟਰੈਕਟ ਜਿਹੜਾ ਪੂਰਾ ਹੋ ਗਿਆ, ਚਾਹੇ ਉਹ ਸਾਲ ਦਾ, ਚਾਹੇ ਉਹ 2 ਸਾਲ ਦਾ, ਚਾਹੇ 3 ਸਾਲ ਦਾ। ਸੋ ਐਂਡ ਦੇ ਉੱਤੇ ਜਾ ਕੇ ਮਾਰਗੇਜ ਟਾਈਟਲ ਜਿਹੜਾ ਉਹ ਚੇਂਜ ਹੋ ਜਾਣਾ ਹੈ। ਸੋ ਹੁਣ ਜਿਵੇਂ ਅਸੀਂ ਕਹਿੰਦੇ ਆ ਕਿ ਮਾਰਗੇਜ ਅਸੀਂ ਇੱਕ ਵਾਰੀ ਕਰਵਾ ਲਈ ਹੈਗੀ ਹੈ, ਸੋ ਜਿਵੇਂ ਤੁਸੀਂ ਕਿਹਾ ਕਿ 25 30 ਸਾਲ ਬਾਅਦ ਘਰ ਜਿਹੜਾ ਫ੍ਰੀ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਫ੍ਰੀ ਘਰ ਦੇ ਵਿੱਚ ਰਹਿਣ ਲੱਗ ਜਾਂਦੇ ਹੋ। ਪਰ ਹੁਣ ਇਹ ਹੈ ਕਿ ਕਈ ਵਾਰ ਹੁੰਦਾ ਕਿ ਸਾਨੂੰ ਮਾਰਗੇਜ ਰੇਟ ਵਧੀਆ ਮਿਲ ਰਿਹਾ ਹੈ, ਬੈਂਕ ਤੋਂ ਇੰਟਰਸਟ ਰੇਟ ਜਿਹੜਾ ਆ ਉਹ ਘਟ ਗਿਆ ਆ, ਜਾਂ ਹੋਰ ਕੋਈ ਵੀ ਸਰਕਮਸਟੈਂਸਸ ਹੋ ਸਕਦੇ ਨੇ, ਉਹਨਾਂ ਦੇ ਵਿੱਚ ਸਵਿਚ ਕਰਨਾ ਮਾਰਗੇਜ ਨੂੰ ਕਿੰਨਾ ਕੁ ਵਧੀਆ ਆਪਸ਼ਨ ਹੋ ਸਕਦਾ? ਜੀ, ਇਹ ਬਹੁਤ ਮੇਰੇ ਖਿਆਲ ਇੰਪੋਰਟੈਂਟ ਕੁਐਸਚਨ ਹੈ, ਔਰ ਅੱਜ ਦੀ ਮਾਰਕੀਟ ਲਈ ਬਹੁਤ ਹੀ ਇੰਪੋਰਟੈਂਟ ਹੈ। ਬਹੁਤ ਸਾਰੇ ਲੋਕਾਂ ਨੇ ਅੱਜ ਦੀ ਮਾਰਕੀਟ ਦੇ ਵਿੱਚ ਆਪਣੇ ਫਿਕਸ ਮਾਰਗੇजेस ਤੜਾਈਆਂ, ਉਹਨਾਂ ਨੇ ਪੈਨਲਟੀਜ਼, ਕਿਉਂਕਿ ਜਦੋਂ ਆਪਾਂ ਫਿਕਸ ਆਪਣੀ ਮਾਰਗੇਜ ਤੋੜਦੇ ਹਾਂ ਤਾਂ ਉੱਥੇ ਪੈਨਲਟੀ ਲੱਗਦੀ ਆ। ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਕਿ ਜੇ ਵੇਰੀਏਬਲ ਮਾਰਗੇਜ ਹੈ 3 ਮੰਥ ਇੰਟਰਸਟ ਪੈਨਲਟੀ ਲੱਗਦੀ, ਜਿਹੜੀ ਬਹੁਤ ਜ਼ਿਆਦਾ ਨਹੀਂ ਬਣਦੀ। ਪਰ ਜੇ ਤੁਸੀਂ ਫਿਕਸ ਕੀਤੀ ਹੋਈ ਹੈ, ਜੇ ਤੁਹਾਡੀ 5 ਸਾਲ ਦੀ ਟਰਮ ਹੈ, ਤਾਂ ਜਿੰਨਾ ਟਾਈਮ ਰਹਿੰਦਾ, ਮੰਨ ਲਓ 2 ਸਾਲ ਹੋ ਗਏ ਲੈ ਇਹਨੂੰ 3 ਸਾਲ ਰਹਿੰਦੇ ਨੇ, ਜਾਂ 3 ਸਾਲ ਹੋ ਗਏ ਲੈ ਇਹਨੂੰ 2 ਸਾਲ ਰਹਿੰਦੇ ਨੇ, ਉਹਦੀ ਉਹ 19 ਮਹੀਨੇ ਦੀ ਪੈਨਲਟੀ ਲਾਉਂਦੇ ਨੇ ਤੁਹਾਨੂੰ, ਜਿਹੜੀ ਕਿ ਖਾਸੀ ਮੋਟੀ ਅਮਾਊਂਟ ਬਣ ਜਾਂਦੀ ਆ।
ਪਰ ਆਪਾਂ ਇਹ ਮੈਥ ਵੀ ਕਰਨਾ। ਲੈਟਸ ਸੇ ਵੀ ਆਪਣੇ 2 ਸਾਲ ਰਹਿੰਦੇ ਨੇ ਮੌਰਗੇਜ ਦੇ ਵਿੱਚ ਤੇ ਤੁਹਾਡਾ ਰੇਟ ਆਫ ਇੰਟਰਸਟ ਤੁਹਾਨੂੰ 3.5% ਮਿਲਿਆ ਹੋਇਆ, ਪਹਿਲਾਂ ਰੇਟ ਜ਼ਿਆਦਾ ਸੀਗੇ ਤੇ ਅੱਜ ਤੁਹਾਨੂੰ ਉਸੇ ਮੌਰਗੇਜ ਤੇ 1.5 ਮਿਲ ਰਿਹਾ। ਸੋ ਆਲਮੋਸਟ 2% ਦਾ ਫਰਕ ਹੈ। ਤੇ ਜੇ ਹੁਣ ਮਿਲੀਅਨ ਦੀ ਮੌਰਗੇਜ ਹੈ ਤੇ 2% ਦੇ ਨਾਲ ਉਹਦਾ ਹਿਸਾਬ ਲਾਓਗੇ ਤੇ ਤੁਹਾਡੇ $1000 ਪਰ ਮੰਥ ਬਚ ਰਹੇ ਨੇ ਤੁਹਾਨੂੰ। ਤੇ ਹੁਣ ਤੁਸੀਂ ਜੇ ਪਰ ਮੰਥ ਲੈਟਸ ਸੇ ਵੀ ਤੁਹਾਨੂੰ $2 ਜਾਂ $3000 ਬਚ ਰਿਹਾ, 2000 ਵੀ ਬਚ ਰਿਹਾ ਤੇ ਸਾਲ ਦਾ ਤੁਹਾਨੂੰ ਬਚ ਰਿਹਾ $24000, 2 ਸਾਲਾਂ ਦਾ ਤੁਹਾਨੂੰ ਬਚ ਰਿਹਾ $48000 ਤੇ ਉਧਰ ਪੈਨਲਟੀ ਤੁਹਾਨੂੰ ਲੱਗ ਰਹੀ ਹੈ $20000। ਤੇ ਹੁਣ ਆਪਾਂ ਆਪ ਹੀ ਮੈਥ ਕਰ ਸਕਦੇ ਹਾਂ ਵੀ ਸਾਨੂੰ ਫਾਇਦਾ $48000 ਦਾ ਤੇ ਨੁਕਸਾਨ $20000 ਦਾ, ਵੀ ਆਪਾਂ ਨੁਕਸਾਨ ਕੱਢ ਵੀ ਦਈਏ ਸਟਿਲ ਯੂ ਸੇਵ $28000। ਜੀ ਦੂਜੇ ਪਾਸੇ ਤੁਹਾਡੀ ਹੋ ਸਕਦਾ ਜਿਹੜੀ ਮੌਰਗੇਜ ਆ ਉਹ 5-7 ਲੱਖ ਦੀ ਹੋਵੇ ਜੀ, ਪਰ ਤੁਹਾਡੀ ਪ੍ਰਾਪਰਟੀ ਦੀ ਵੈਲਿਊ ਇਸ ਟਾਈਮ 15 ਲੱਖ ਦੀ ਹੋ ਗਈ ਹੋਵੇ, 14 ਲੱਖ ਦੀ ਹੋ ਗਈ ਹੋਵੇ, ਔਰ ਤੁਸੀਂ ਜੇ ਉਹ ਨੂੰ ਨਹੀਂ ਤੋੜਦੇ ਤੁਹਾਨੂੰ ਐਕਸਟਰਾ ਪੈਸੇ ਹੀ ਨਹੀਂ ਮਿਲ ਰਹੇ। ਤੁਸੀਂ ਹੋਰ ਇੱਕ ਰੈਂਟਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ, ਤੁਸੀਂ ਤੀਜੀ ਪ੍ਰਾਪਰਟੀ 2 ਪ੍ਰਾਪਰਟੀਆਂ ਹੋਰ ਲੈਣਾ ਚਾਹੁੰਦੇ ਹੋ। ਕਈ ਵਾਰ ਤੁਹਾਡੇ ਹੋ ਸਕਦਾ ਵੀ ਪ੍ਰਾਪਰਟੀ ਤੁਹਾਡੀ 12-13 ਲੱਖ ਦੀ ਹੈ ਤੇ ਮੌਰਗੇਜ 2 ਲੱਖ ਦੀ ਹੈ ਮੰਨ ਲਓ ਤੇ ਸਿਰਫ, ਪਰ ਉਹ 12-13 ਲੱਖ ਦੀ ਮੌਰਗੇਜ ਤੁਸੀਂ ਇਸ ਕਰਕੇ ਨਹੀਂ ਤੋੜ ਰਹੇ ਕਿ ਮੈਨੂੰ ਪੈਨਲਟੀ ਲੱਗਣੀ ਆ, ਪਰ ਤੁਸੀਂ ਬੈਂਕ ਤੋਂ ਐਕਸਟਰਾ $8 ਲੱਖ ਹੋਰ ਲੈ ਸਕਦੇ ਹੋ। 80% ਤੱਕ ਤੁਹਾਨੂੰ ਲੋਨ ਟੂ ਵੈਲਿਊ ਰੀਫਾਈਨਾਂਸ ਕਰਕੇ ਮਿਲ ਸਕਦਾ। ਉਹ 8 ਲੱਖ ਨਾਲ ਤੁਸੀਂ 2 ਦੇ 3 ਵੀ ਘਰ ਲੈ ਸਕਦੇ ਹੋ। ਸੋ ਹੁਣ ਇਹ ਵੀ ਆਪਾਂ ਦੇਖਣਾ ਕਿ ਸਾਨੂੰ ਜਦੋਂ ਰੀਫਾਈਨਾਂਸ ਕਰਕੇ ਆਪਾਂ ਪੈਨਲਟੀ ਦੇ ਕੇ ਇਹ ਪੈਸੇ ਕੱਢ ਰਹੇ ਹਾਂ, ਉਹਨਾਂ ਪੈਸਿਆਂ ਨਾਲ ਹੋਰ ਇਨਵੈਸਟਮੈਂਟ ਕਰ ਰਹੇ ਹਾਂ, ਉਹਨਾਂ ਦਾ ਕਿੰਨਾ ਫਾਇਦਾ ਹੋ ਰਿਹਾ। ਅੱਜ ਦੀ ਮਾਰਕੀਟ 'ਚ ਬਹੁਤ ਸਾਰੇ ਲੋਕਾਂ ਨੇ ਰੀਫਾਈਨਾਂਸ ਕਰਕੇ 2-2 3-3 ਪ੍ਰਾਪਰਟੀਜ਼ ਲਈਆਂ, ਜਿਹੜੀਆਂ ਕਿ ਉਹ ਵੀ ਪ੍ਰਾਪਰਟੀਆਂ $2-2 3-3 ਲੱਖ ਵੱਧ ਗਈਆਂ। ਸੋ ਇੱਕ ਪਾਸੇ ਤੁਸੀਂ $10-20 ਪੈਨਲਟੀ ਦਿੱਤੀ, ਦੂਜੇ ਪਾਸੇ ਤੁਸੀਂ $3-4 ਲੱਖ ਬਣਾਇਆ। ਸੋ ਹੁਣ ਜਵਾਬ ਤਾਂ ਮੇਰੇ ਖਿਆਲ ਹਰੇਕ ਬੰਦਾ ਦੇ ਸਕਦਾ ਵੀ 10-20 ਦੇ ਕੇ $2-3 ਲੱਖ ਬਚਦਾ ਹੋਵੇ। ਆਈ ਥਿੰਕ ਇਹ ਗੁੱਡ ਬਿਜ਼ਨਸ ਆ। ਔਰ ਅਗੇਨ ਮੈਂ ਬਾਰ-ਬਾਰ ਕਹਿਣਾ ਹੁੰਦਾ ਵੀ ਡਿਸੀਜਨ ਕਸਟਮਰ ਦਾ, ਡਿਸੀਜਨ ਉਹਨਾਂ ਦਾ ਆਪਣਾ, ਪ੍ਰੋ ਐਂਡ ਕੌਨਸ ਦੇਖ ਕੇ, ਫਾਇਦੇ ਨੁਕਸਾਨ ਦੇਖ ਕੇ, ਆਪਣੀ ਸਮਝ ਯੂਜ਼ ਕਰਕੇ ਅਸੀਂ ਇੱਕ ਪ੍ਰੋਫੈਸ਼ਨਲ ਐਡਵਾਈਸ ਦੇਣੀ ਆ, ਡਿਸੀਜਨ ਕਸਟਮਰ ਨੇ ਲੈਣਾ। ਔਰ ਜੇ ਨੰਬਰ ਸਾਹਮਣੇ ਪਏ ਨੇ ਤਾਂ ਡਿਸੀਜਨ ਲੈਣ 'ਚ ਵੀ ਕੋਈ ਬਹੁਤ ਵੱਡੀ ਮੇਰੇ ਖਿਆਲ ਐਸੀ ਗੱਲ ਨਹੀਂ ਹੁੰਦੀ ਤੇ ਡਿਸੀਜਨ ਲਿਆ ਜਾ ਸਕਦਾ। ਜਿੱਦਾਂ ਤੁਸੀਂ ਪੈਨਲਟੀਜ਼ ਦੀ ਗੱਲ ਕੀਤੀ ਹੈ ਕਿ ਪੈਨਲਟੀਜ਼ ਪੈ ਜਾਂਦੀਆਂ, ਹੁਣ ਅਰਲੀ ਕੋਈ ਮੌਰਗੇਜ ਬ੍ਰੇਕ ਕਰ ਰਿਹਾ ਹੈਗਾ, ਸੋ ਉਹਨੂੰ ਕਿਸ ਤਰ੍ਹਾਂ ਦੀਆਂ ਜਿਵੇਂ ਵਾਟ ਕਾਈਂਡ ਆਫ ਪੈਨਲਟੀਜ਼ ਦੇ ਵਿਲ ਫੇਸ? ਹਾਂਜੀ, ਪੈਨਲਟੀ ਪੈਸੇ ਦੇ ਰੂਪ 'ਚ ਹੀ ਹੁੰਦੀ ਹੈ, ਹੋਰ ਕੋਈ ਪੈਨਲਟੀ ਨਹੀਂ ਲੱਗਦੀ। ਜਿਵੇਂ ਮੈਂ ਦੱਸਿਆ ਜੇ ਵੇਰੀਏਬਲ ਹੈ 3 ਮਹੀਨੇ ਦਾ ਇੰਟਰਸਟ ਪੈਨਲਟੀ ਲੱਗਦੀ ਨੇ। ਲੈਟਸ ਸੇ ਵੀ 3 ਮਹੀਨਿਆਂ ਤੁਹਾਡਾ ਵਿਆਜ, ਹੁਣ ਅਗੇਨ ਅਮਾਊਂਟ ਕਿੰਨੀ ਹੈ ਮੌਰਗੇਜ ਤੇ ਵੀ ਡਿਪੈਂਡ ਕਰਦਾ। ਆਪਾਂ 5 ਲੱਖ ਦਾ ਇੱਕ ਸਿਨੈਰੀਓ ਲੈਂਦੇ ਹਾਂ। ਲੈਟਸ ਸੇ ਵੀ 5 ਲੱਖ ਦਾ ਤੁਹਾਡਾ ਮੌਰਗੇਜ ਹੈ ਔਰ ਉਹ ਵੇਰੀਏਬਲ ਹੈ ਤੇ ਉਹ ਤੁਸੀਂ ਤੋੜ ਰਹੇ ਹੋ ਹੁਣ ਤੇ ਦੂਜੇ ਪਾਸੇ ਜਾਣਾ ਚਾਹੁੰਦੇ ਹੋ, TD ਨਾਲ ਤੇ RBC ਨਾਲ ਜਾਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਬੈਂਕ ਤੋਂ ਦੂਜੀ ਬੈਂਕ ਜਾਣੇ, ਉਹ 3 ਮਹੀਨੇ ਦਾ ਵਿਆਜ ਲੈ ਲੈਣਗੇ। 5 ਲੱਖ ਦੇ ਉੱਤੇ ਤੁਹਾਡਾ ਕਿੰਨਾ ਕੁ ਵਿਆਜ ਬਣ ਸਕਦਾ? ਮੇਬੀ $2000 ਹੋਏਗਾ, ਮੇਬੀ $1500 ਹੋਏਗਾ, ਮੇਬੀ $1000 ਹੋਏਗਾ। ਤੇ ਜੇ ਤੁਹਾਡੇ 5 ਲੱਖ ਹੈ ਤਾਂ $1000 ਵੀ ਉਹਨਾਂ ਨੇ ਲਿਆ ਤੇ 5 ਤੇ $15,000 ਹੋ ਗਈ ਪੈਨਲਟੀ। ਤੇ ਜੇ ਫਿਕਸ ਹੈ ਉਹ 'ਚ ਜ਼ਿਆਦਾ ਪੈਨਲਟੀ ਲੱਗਣੀ, ਕਿਉਂਕਿ ਹੋ ਸਕਦਾ ਤੁਹਾਡੀ 5 ਸਾਲ ਦੀ ਟਰਮ ਹੋਵੇ। ਸੋ ਜਿਹੜੀ ਪੈਨਲਟੀ ਆ ਨਾ ਤਾਂ ਕੋਈ ਤੁਹਾਨੂੰ ਕੈਦ ਹੋ ਸਕਦੀ ਆ ਤੇ ਨਾ ਹੀ ਤੁਹਾਡੇ ਤੇ ਕੋਈ ਕ੍ਰਿਮੀਨਲ ਚਾਰਜ ਲੱਗ ਸਕਦਾ। ਇਹ ਜਿਹੜੇ ਪੈਸੇ ਨੇ ਬੈਂਕ ਨੇ ਜਿਹੜਾ ਉਹ ਵਿਆਜ ਉਹਨੇ ਸਾਲਾਂ 'ਚ ਲੈਣਾ ਸੀ ਤੁਹਾਡੇ ਕੋਲੋਂ, ਤੁਸੀਂ ਤੋੜ ਰਹੇ ਉਹਨਾਂ ਨੂੰ ਮਿਲਣਾ ਨਹੀਂ, ਉਹਨਾਂ ਨੇ ਤੁਹਾਡਾ ਵਿਆਜ ਕੱਟ ਲੈਣਾ। ਸਿਰਫ ਪੈਸੇ ਦੀ ਪੈਨਲਟੀ ਆ, ਉਹ ਵੀ ਕਿਉਂਕਿ ਬੈਂਕ ਨੇ ਤੁਹਾਡੇ ਨਾਲ ਕੰਟਰੈਕਟ ਕੀਤਾ ਸੀ ਨਾ, ਤੇ ਉਹਨਾਂ ਦੀ ਜਿਹੜੀ ਕਮਾਈ ਤੁਸੀਂ ਪਹਿਲਾਂ ਹੀ ਖਤਮ ਕਰ ਰਹੇ ਹੋ। ਸੋ ਉਹਨਾਂ ਨੇ ਜਿਹੜੀ ਕਮਾਈ ਦੀ ਗੱਲ ਕੀਤੀ ਸੀ ਉਹ ਪੈਸੇ ਉਹਨਾਂ ਨੇ ਤੁਹਾਡੇ ਕੋਲ ਲੈਣੇ। ਸੋ ਉਹੀ ਪੈਨਲਟੀ, ਹੋਰ ਕੋਈ ਪੈਨਲਟੀ ਨਹੀਂ। ਬਿਲਕੁਲ, ਇਹ ਪੈਨਲਟੀ ਤਾਂ ਤੁਹਾਨੂੰ ਫੇਸ ਕਰਨੀਆਂ ਹੀ ਪੈਂਦੀਆਂ। ਸ਼ਰਮਾ ਜੀ, ਜਿੱਦਾਂ ਕਿਹਾ ਕਿ ਆਪਾਂ ਗੱਲ ਕਰ ਰਹੇ ਹਾਂ ਮੌਰਗੇਜ ਦੀ, ਕਿ ਮੌਰਗੇਜ ਦੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਫੇਸ ਕਰਨੀਆਂ ਪੈ ਸਕਦੀਆਂ। ਬਹੁਤ ਸਾਰੇ ਲੋਕ ਅਕਸਰ ਹੀ ਇਹ ਪੁੱਛ ਲੈਂਦੇ ਨੇ ਕਿ ਕੋਈ ਅਜਿਹਾ ਟਾਈਮ ਹੁੰਦਾ ਕਿ ਕਦੋਂ ਸਾਨੂੰ ਮੌਰਗੇਜ ਕਰਾਉਣੀ ਚਾਹੀਦੀ ਹੈ, ਜਦੋਂ ਜਾਂ ਸਾਨੂੰ ਘਰ ਖਰੀਦਣਾ ਚਾਹੀਦਾ, ਕਿਉਂਕਿ ਸਭ ਤੋਂ ਪਹਿਲਾਂ ਜੇ ਅਸੀਂ ਘਰ ਵੇਖਾਂਗੇ ਫੇਰ ਹੀ ਮੌਰਗੇਜ ਕਰਵਾਵਾਂਗੇ। ਸੋ ਕਈ ਲੋਕ ਇਹ ਹੈ ਕਿ ਉਹ ਡਿਲੇ ਕਰਦੇ ਰਹਿੰਦੇ ਆ ਕਿ ਉਹ ਠੀਕ ਆ ਹੁਣ ਘਰ ਸਸਤੇ ਆ, ਨਹੀਂ ਅਗਲੇ ਮਹੀਨੇ ਹੋਰ ਸਸਤੇ ਸ਼ਾਇਦ ਹੋ ਜਾਣ, ਜਾਂ ਹੋਰ ਉਹ ਮਹੀਨਾ ਕਰਦੇ ਆਪਾਂ ਇੱਕ ਸਾਲ ਨਿਗਾਹ ਦਈਦਾ ਤੇ ਸਾਲ ਬਾਅਦ ਆਪਾਂ ਦੇਖਦੇ ਹਾਂ ਕਿ ਅੱਜ ਖਾਸ ਕਰਕੇ ਜਿੱਥੇ ਅਸੀਂ ਰਹਿੰਦੇ ਹਾਂ ਲੋਅਰ ਮੇਨਲੈਂਡ, ਉੱਥੇ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਘਟਣ ਦੀ ਥਾਂ ਤੇ ਵਧ ਹੀ ਰਹੀਆਂ ਨੇ ਦਿਨੋਂ ਦਿਨ। ਕੀ ਕੋਈ ਅਜਿਹਾ ਬੈਸਟ ਟਾਈਮ ਹੁੰਦਾ ਹੈ ਕਿ ਜਾਂ ਤੁਹਾਨੂੰ ਖੁਦ ਨੂੰ ਪਹਿਲਾਂ ਆਪਣੀ ਜਿਹੜੀ ਹੈ ਉਹ ਇਨਕਮ ਦੇਖ ਕੇ, ਆਪਣੀ ਜਿਹੜੀ ਸਰਕਮਸਟੈਂਸਸ ਦੇਖ ਕੇ ਫੇਰ ਹੀ ਡਿਸੀਜਨ ਲੈਣਾ ਚਾਹੀਦਾ? ਡੈਫੀਨਿਟਲੀ ਹੁਣ ਤੁਹਾਡੇ ਇਸ ਕੁਐਸਚਨ ਦੇ 2 ਆਨਸਰ ਬਣਦੇ ਨੇ। ਪਹਿਲਾ ਆਨਸਰ ਇਹ ਹੈ ਵੀ ਜਦੋਂ ਤੁਹਾਨੂੰ ਮੌਕਾ ਮਿਲੇ ਉਹੀ ਰਾਈਟ ਟਾਈਮ ਹੈ। ਇਹ ਇੱਕ ਕਿਸਮ ਦਾ ਸੀਡ ਪਾਉਣਾ ਜ਼ਮੀਨ ਦੇ ਵਿੱਚ। ਟਰੀ ਇਹਦਾ ਆਉਂਦੇ ਟਾਈਮ 'ਚ ਲੱਗਣਾ ਹੈ, ਉਹ ਟਰੀ ਨੂੰ ਫਿਰ ਫਲ ਲੱਗਣੇ ਨੇ। ਉਹ ਫਲ ਤੁਸੀਂ ਵੀ ਖਾ ਸਕਦੇ ਹੋ, ਤੁਹਾਡੇ ਬੱਚੇ ਵੀ ਖਾ ਸਕਦੇ ਨੇ, ਗ੍ਰੈਂਡ ਕਿਡਸ ਵੀ। ਜਿਹੜੀ ਪ੍ਰਾਪਰਟੀ ਹੈ ਕਿਸੇ ਵੀ ਕੰਟਰੀ ਦੇ ਵਿੱਚ ਇੱਕ ਸੀਡ ਪਾਉਣ ਦੇ ਮਾਫਕ ਹੈ। ਜੇ ਅਸੀਂ ਅੱਜ ਅੰਬ ਖਾਣਾ ਚਾਹੁੰਦੇ ਹਾਂ ਤੇ ਬੀਫ ਇਹ ਕਦੋਂ ਲੱਗਣਾ ਚਾਹੀਦਾ ਸੀ? ਬਹੁਤ ਚਿਰ ਪਹਿਲਾਂ। ਪਰ ਹੁਣ ਆਪਾਂ ਪਿੱਛੇ ਨਹੀਂ ਜਾ ਸਕਦੇ, ਪਰ ਅੱਜ ਤਾਂ ਅਸੀਂ ਸੀਡ ਲਾ ਸਕਦੇ ਹਾਂ ਨਾ। ਸੋ ਅੱਜ ਹੀ ਜੇ ਤੁਹਾਡੇ ਮਨ 'ਚ ਵਿਚਾਰ ਆ ਰਿਹਾ ਪ੍ਰਾਪਰਟੀ ਲੈਣੀ, ਅੱਜ ਹੀ ਰਾਈਟ ਟਾਈਮ ਹੈ। ਅੱਜ ਹੀ ਮਾਰਕੀਟ ਦੇ ਵਿੱਚ ਫਟਾਫਟ ਸਰਵੇ ਕਰੋ, ਅੱਜ ਹੀ ਫੋਨ ਚੱਕੋ, ਰੀਅਲਟਰਸ ਨਾਲ ਗੱਲ ਕਰੋ, ਅੱਜ ਹੀ ਪ੍ਰਾਪਰਟੀ ਲੱਭੋ ਜਿਹੜੀ ਤੁਹਾਡੀ ਮਨਪਸੰਦ ਹੈ। ਅੱਜ ਹੀ ਆਪਣਾ ਦੂਜਾ ਜਿਹੜਾ ਮੈਂ ਪਾਰਟ ਕਹਿ ਰਿਹਾ ਸੀ, ਅੱਜ ਹੀ ਦੇਖੋ ਸਾਡੇ ਕੋਲ ਡਾਊਨ ਪੇਮੈਂਟ ਲਈ ਪੈਸੇ ਕਿੰਨੇ ਆ, ਅੱਜ ਹੀ ਦੇਖੋ ਸਾਡੀਆਂ ਜੌਬਸ ਦੇ ਨਾਲ ਸਾਡੀ ਇਨਕਮ ਕਿੰਨੀ ਆ, ਅੱਜ ਹੀ ਦੇਖੋ ਤੁਹਾਡਾ ਕ੍ਰੈਡਿਟ ਸਕੋਰ ਕਿੱਦਾਂ ਦਾ ਹੈ। ਸੋ 3 ਚੀਜ਼ਾਂ ਦੇਖ ਕੇ ਰਾਈਟ ਵੇ ਪ੍ਰਾਪਰਟੀ ਜਿਹੜੀ ਹੈ, ਜੇ ਤੁਸੀਂ ਘਰ ਨਹੀਂ ਅਜੇ ਤੱਕ ਲਿਆ ਰਹਿਣ ਵਾਸਤੇ, ਸਭ ਤੋਂ ਪਹਿਲਾਂ ਕਰ ਲਓ।
ਜੇ ਘਰ ਆਪਾਂ ਲੈ ਚੁੱਕੇ ਹਾਂ, ਰੈਂਟਲ ਪ੍ਰੋਪਰਟੀ ਲਓ, ਇਨਵੈਸਟਮੈਂਟ ਪ੍ਰੋਪਰਟੀ ਲਓ, ਕਿਉਂਕਿ ਪ੍ਰੋਪਰਟੀ ਪੂਰੀ ਦੁਨੀਆ ਦੇ ਵਿੱਚ ਸਪੈਸ਼ਲੀ ਕੈਨੇਡਾ ਦੇ ਵਿੱਚ ਹਮੇਸ਼ਾ ਵੱਧਦੀ ਹੈ, ਕਿਉਂਕਿ ਕੈਨੇਡਾ ਦੇ ਵਿੱਚ ਇਮੀਗ੍ਰੈਂਟ ਆਉਂਦੇ ਹੀ ਰਹਿਣੇ ਆ ਔਰ ਇਮੀਗ੍ਰੈਂਟਸ ਦੀ ਜਿਹੜੀ ਤਾਦਾਦ ਵੱਧਦੀ ਰਹਿਣੀ ਆ ਔਰ ਰਹਿਣ ਵਾਸਤੇ ਸਾਰਿਆਂ ਨੂੰ ਘਰ ਚਾਹੀਦਾ ਹੀ ਚਾਹੀਦਾ। ਸੋ ਅਗੇਨ ਜੇ ਸੀਡ ਪਹਿਲਾਂ ਨਹੀਂ ਪਾਇਆ, ਅੱਜ ਦਾ ਮੌਕਾ ਆ, ਕਿਉਂਕਿ ਜਿਹੜਾ ਟਾਈਮ ਲੰਘ ਜਾਂਦਾ ਦੁਬਾਰਾ ਆਉਂਦਾ ਨਹੀਂ ਜੀ। ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ, ਜਿਨ੍ਹਾਂ ਲੋਕਾਂ ਨੇ ਲਾਸਟ ਈਅਰ ਘਰ ਲਏ ਸਨ ਸੈਪਟੈਂਬਰ 'ਚ, ਅਕਤੂਬਰ 'ਚ, ਅਗਸਤ ਦੇ ਵਿੱਚ, ਉਸ ਤੋਂ ਬਾਅਦ 2 ਲੱਖ 3 ਲੱਖ ਡਾਲਰ ਘਰ ਵੱਧ ਗਏ। ਤੇ ਜਿਨ੍ਹਾਂ ਨੇ ਉਦੋਂ ਸੀਡ ਪਾ ਦਿੱਤਾ ਉਹਨਾਂ ਦਾ ਤਾਂ ਆਲਰੇਡੀ ਫਰੂਟ ਲੱਗ ਗਿਆ ਨਾ ਜੀ। ਪਰ ਜਿਹੜੇ ਅੱਜ ਵੀ ਸੀਡ ਲਾਉਣਗੇ ਇਹਨਾਂ ਦਾ ਫਰੂਟ ਵੀ ਕੋਈ ਦੇਰ ਨਹੀਂ ਹੈ, ਫਿਰ ਲੱਗਣ ਵਾਲਾ, ਇਹ ਲੱਗਦਾ ਹੀ ਰਹਿਣਾ ਇਸੇ ਤਰ੍ਹਾਂ। ਪ੍ਰੋਪਰਟੀਜ਼ ਕਦੇ ਵੀ ਥੱਲੇ ਨਹੀਂ ਆਉਂਦੀਆਂ, ਆਪਾਂ ਕਦੇ ਵੀ ਗ੍ਰਾਫ ਦੇਖਾਂਗੇ ਨਹੀਂ ਉਹ ਇਦਾਂ ਚੱਲਦਾ ਇਦਾਂ ਚੱਲਦਾ ਇਦਾਂ ਚੱਲਦਾ। ਸੋ ਜੇ ਥੋੜੀ ਬਹੁਤੀ ਡਿਪ ਆਉਂਦੀ ਵੀ ਹੈ ਨਾ ਜੀ, ਉਸ ਤੋਂ ਬਾਅਦ ਫਿਰ ਉੱਪਰ ਜਾਏਗਾ। ਜਿੱਥੋਂ ਥੱਲੇ ਆਇਆ ਸੀ ਉੱਥੇ ਨਹੀਂ ਜਾਏਗਾ, ਉਹ ਤੋਂ ਉੱਪਰ ਜਾਏਗਾ ਹਮੇਸ਼ਾ ਗ੍ਰਾਫ। ਤਾਂ ਇਸ ਕਰਕੇ ਆਪਣੀ ਜੇਬ ਦੇਖ ਕੇ, ਆਪਣੀ ਸੇਵਿੰਗ ਦੇਖ ਕੇ, ਆਪਣੀ ਜੌਬ ਦੇਖ ਕੇ, ਜਿੱਦਾਂ ਦੀ ਪ੍ਰਾਪਰਟੀ ਤੁਸੀਂ ਕੁਆਲੀਫਾਈ ਕਰਦੇ ਹੋ ਉਹਦੇ ਲਈ ਅੱਜ ਹੀ ਤੁਸੀਂ ਸੀਡ ਲਾ ਦਿਓ, ਅੱਜ ਹੀ ਆਫਰ ਪਾਓ, ਅੱਜ ਹੀ ਕਰ ਲਓ, ਅੱਜ ਹੀ ਟਾਈਮ ਹੈ। ਅੱਛਾ ਸ਼ਰਮਾ ਜੀ, ਜਿੱਦਾਂ ਹੁਣ ਅਸੀਂ ਘਰ ਖਰੀਦ ਵੀ ਲਿਆ, ਮੌਰਗੇਜ ਵੀ ਹੋ ਗਈ ਹੈ ਨਾ, ਸੋ ਆਪਾਂ ਪਿਛਲੀ ਵਾਰੀ ਇਹ ਵੀ ਗੱਲ ਕੀਤੀ ਸੀ ਜੇ ਡਿਨਾਈ ਵੀ ਹੁੰਦੀ ਹੈ ਤਾਂ ਵੀ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ, ਪਰ ਇਹਦੇ ਵਿੱਚ ਇੱਕ ਕਲੋਜ਼ਿੰਗ ਕਾਸਟ ਵੀ ਇਨਵੋਲਵ ਹੁੰਦੀ ਹੈ, ਉਹ ਕੀ ਹੁੰਦਾ? ਡੈਫੀਨੇਟਲੀ ਇਹ ਵੀ ਬਹੁਤ ਇੰਪੋਰਟੈਂਟ ਹੈ। ਕਈ ਵਾਰ ਆਪਾਂ ਘਰ ਦੀ ਵੈਲਿਊ ਤਾਂ ਦੇਖ ਲੈਂਦੇ ਵੀ ਇੰਨੇ ਦਾ ਘਰ ਲੈ ਰਹੇ ਜੀ ਅਸੀਂ 5 ਲੱਖ ਦਾ, ਤੇ ਸਾਡੇ ਕੋਲ ਇੰਨੇ ਪੈਸੇ ਆ, ਬੈਂਕ ਨੇ ਇੰਨੀ ਮੌਰਗੇਜ ਦੇ ਦੇਣੀ ਆ, ਪਰ ਜਦੋਂ ਆਪਾਂ ਉਹਨੂੰ ਕਲੋਜ਼ ਕਰਨਾ, ਕੁਛ ਉਹਦੀਆਂ ਕਾਸਟਾਂ ਸਾਨੂੰ ਲੱਗਦੀਆਂ ਨੇ, ਕੁਛ ਖਰਚੇ ਹੁੰਦੇ ਨੇ ਜਿਹੜਾ ਧਿਆਨ 'ਚ ਰੱਖਣਾ ਪੈਂਦਾ। ਨੰਬਰ 1 ਖਰਚਾ ਹੁੰਦਾ ਵੀ ਜਦੋਂ ਆਪਾਂ ਕੋਈ ਪ੍ਰਾਪਰਟੀ ਲਈ ਆ ਉਹਨੂੰ ਕਲੋਜ਼ ਕਿਹਨੇ ਕਰਨਾ? ਲਾਇਰਸ ਨੇ ਕਰਨਾ, ਆਪਾਂ ਆਪਣੇ ਆਪ ਨਹੀਂ ਪੇਪਰ ਸਾਈਨ ਕਰ ਸਕਦੇ। ਸੋ ਇੱਕ ਲਾਇਰ ਤੁਹਾਡਾ ਹੁੰਦਾ, ਇੱਕ ਲਾਇਰ ਸੈਲਰ ਦਾ ਹੁੰਦਾ, ਸੋ 2 ਲਾਇਰ ਇਨਵੋਲਵ ਹੁੰਦੇ ਨੇ, ਤੁਹਾਨੂੰ ਆਪਣੇ ਲਾਇਰ ਦੇ ਪੈਸੇ ਕੋਲੋਂ ਦੇਣੇ ਪੈਂਦੇ। ਸੋ ਲਾਇਰ ਫੀ ਇਜ਼ 1 ਐਕਸਪੈਂਸ ਜਿਹੜਾ ਤੁਹਾਨੂੰ ਆਉਣਾ ਆ, ਉਹ ਤੁਹਾਡੇ ਕੋਲ ਉਹਨੇ ਪੈਸੇ ਹੋਣੇ ਚਾਹੀਦੇ। ਦੂਜੀ ਤੁਹਾਨੂੰ ਪ੍ਰਾਪਰਟੀ ਟਰਾਂਸਫਰ ਟੈਕਸ ਲੱਗਦਾ, ਜਿਹੜਾ ਕਿ ਪਹਿਲੇ 2 ਲੱਖ ਤੇ 1%, ਸੋ ਬਾਕੀ ਦੇ ਸਾਰੇ ਲੱਖ ਜਿੰਨੇ ਦੀ ਪ੍ਰਾਪਰਟੀ ਹੈ 2% ਹੁੰਦਾ। ਇਹ ਯੂਜ਼ਲੀ ਸਿਟੀ ਨੂੰ ਜਾਂਦਾ, ਜਿਹੜੇ ਆਪਾਂ ਸੜਕ ਵਰਤ ਰਹੇ ਹਾਂ, ਸੀਵਰੇਜ ਵਰਤ ਰਹੇ ਹਾਂ, ਪਾਣੀ ਵਰਤ ਰਹੇ ਹਾਂ, ਸਕੂਲ, ਉਹਦੇ ਦੀ ਸੇਵਾ ਮਿਲਦੀ ਆ ਪ੍ਰਾਪਰਟੀ ਟਰਾਂਸਫਰ ਟੈਕਸ। ਉਹ ਜਿੰਨੀ ਤੁਹਾਡੀ ਪ੍ਰਾਪਰਟੀ ਉਹਦਾ ਰਫਲੀ 2% ਤੁਸੀਂ ਲਾ ਸਕਦੇ ਹੋ, ਉਹ ਤੁਹਾਡਾ ਦੂਸਰਾ ਖਰਚਾ। ਤੀਸਰਾ ਖਰਚਾ ਤੁਹਾਨੂੰ ਆਏਗਾ ਜਦੋਂ ਤੁਸੀਂ ਇੱਕ ਪ੍ਰਾਪਰਟੀ ਲੈਣੀ ਆ, ਉਹਦਾ ਫਾਇਰ ਇੰਸ਼ੋਰੈਂਸ, ਉਹਦਾ ਇੰਸ਼ੋਰੈਂਸ ਕਰਾਉਣਾ ਪੈਂਦਾ ਆਪਾਂ ਨੂੰ, ਕਿਉਂਕਿ ਇੰਸ਼ੋਰੈਂਸ ਜੇ ਹੈ ਨਹੀਂ ਤੁਹਾਨੂੰ ਕੋਈ ਵੀ ਬੈਂਕ ਪੈਸੇ ਨਹੀਂ ਦੇਗਾ। ਇੰਸ਼ੋਰੈਂਸ ਬਹੁਤ ਜ਼ਰੂਰੀ ਹੈ, ਉਹ ਡਿਪੈਂਡ ਹੈ ਕਿੱਡੀ ਤੁਹਾਡੀ ਪ੍ਰਾਪਰਟੀ ਹੈ, ਉਹਦਾ ਸਮਵੇਅਰ ਫਰੋਮ 500-700 ਤੋਂ ਲੈ ਕੇ 1000-1500 ਤੱਕ ਦਾ ਖਰਚਾ ਹੋ ਸਕਦਾ, ਜੇ ਵੱਡੀ ਹੈ ਘਰ ਜ਼ਿਆਦਾ ਵੀ ਹੋ ਸਕਦਾ। ਸੋ ਉਹ ਵੀ ਖਰਚਾ 100% ਆਉਣਾ ਹੀ ਆਉਣਾ, ਇੰਸ਼ੋਰੈਂਸ ਤੋਂ ਬਿਨਾਂ ਇਸ ਕੰਟਰੀ ਦੇ ਵਿੱਚ ਕੋਈ ਪ੍ਰਾਪਰਟੀ ਨਹੀਂ ਮਿਲ ਸਕਦੀ। ਚੌਥਾ ਤੁਹਾਡਾ ਖਰਚਾ ਆਉਂਦਾ ਰੀਅਲਟਰ ਫੀਸ, ਜੇ ਤੁਸੀਂ ਵੇਚ ਰਹੇ ਉਸ ਟਾਈਮ, ਜੇ ਬਾਏ ਕਰ ਰਹੇ ਹੋ ਫਿਰ ਤੁਸੀਂ ਰੀਅਲਟਰ ਨੂੰ ਨਹੀਂ ਪੈਸੇ ਦੇਣੇ, ਸੋ ਉਹ ਵੀ ਧਿਆਨ ਦੇ ਵਿੱਚ ਰੱਖਣਾ ਪੈਣਾ। ਪੰਜਵਾਂ ਖਰਚਾ ਆਉਂਦਾ ਲਾਇਰ ਕੁਝ ਚੀਜ਼ਾਂ ਤੁਹਾਡੇ ਲਈ ਕਰਦਾ, ਜਿਵੇਂ ਟਾਈਟਲ ਸਰਚ ਕਰਨਾ, ਉਹਨੇ ਟਾਈਟਲ ਤੇ ਤੁਹਾਡਾ ਨਾਂ ਪਾਉਣਾ, ਜਿਹਨੂੰ ਆਪਾਂ ਕਹਿੰਦੇ ਰਜਿਸਟਰੀ ਤੇ ਨਾਂ ਚੜ੍ਹਨਾ, ਉਹਦੀਆਂ ਕੁਝ ਫੀਸਾਂ ਲਾਇਰ ਆਪਣੀ ਫੀ ਦੇ ਨਾਲ ਐਡ ਕਰਦਾ। ਸੋ ਇਹ ਜਿਹੜੇ ਟੋਟਲ ਖਰਚੇ ਨੇ ਇਹ ਤੁਹਾਨੂੰ ਆਉਂਦੇ ਨੇ, ਇਹ ਵੀ ਆਪਾਂ ਰੱਖਣੇ ਆ। ਜੇ ਤੁਸੀਂ ਇਹਨੂੰ ਹੋਰ ਸੌਖਾ ਕਰਨਾ ਚਾਹੁੰਦੇ ਹੋ ਤਾਂ ਮੇਰੀ ਵੈਬਸਾਈਟ ਹੈ timesmortgages.com, ਉੱਥੇ ਤੁਸੀਂ ਜਾਂਦੇ ਹੋ ਜੇ ਤੇ ਤੁਸੀਂ ਉੱਥੇ ਕੋਈ ਵੀ ਇੱਕ ਅਮਾਊਂਟ ਆਪਣੇ ਘਰ ਦੀ ਪਾ ਦਿੰਦੇ ਹੋ, ਸਾਰੇ ਖਰਚਿਆਂ ਦੀ ਲਿਸਟ ਆਟੋਮੈਟਿਕ ਉੱਥੇ ਨਿਕਲ ਆਉਂਦੀ ਹੈ। ਸੋ ਜੇ ਕੰਪਿਊਟਰ ਤੁਸੀਂ ਯੂਜ਼ ਕਰਦੇ ਹੋ ਜਾਂ ਐਪ ਯੂਜ਼ ਕਰਦੇ ਹੋ ਫੋਨ ਤੇ, timesmortgages.com, ਉੱਥੇ ਤੁਹਾਨੂੰ ਕਿੰਨੇ ਖਰਚੇ ਨੇ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਵੀ ਜੇ ਤੁਸੀਂ ਡਾਊਨ ਪੇਮੈਂਟ 5% ਪਾਉਂਦੇ ਹੋ ਤਾਂ ਤੁਹਾਡੀ ਕਿੰਨੀ ਕਿਸ਼ਤ ਬਣਨੀ ਆ, 10% ਪਾਉਂਦੇ ਹੋ ਤਾਂ ਕਿੰਨੀ ਕਿਸ਼ਤ ਬਣਨੀ ਆ, 20% ਪਾਉਣੇ ਹੋ ਤਾਂ ਕਿੰਨੀ ਕਿਸ਼ਤ ਬਣਨੀ ਆ। ਸੋ ਇਹ ਸਾਰਾ ਕੁਝ ਮੈਂ ਡਿਵੈਲਪ ਕਰਕੇ ਆਪਣੀ ਵੈਬਸਾਈਟ ਦੇ ਵਿੱਚ ਪਾਇਆ ਹੋਇਆ, ਔਰ ਉੱਥੇ ਤੁਹਾਨੂੰ ਮੇਰਾ ਕੰਟੈਕਟ ਨੰਬਰ ਵੀ ਮਿਲ ਸਕਦਾ, ਮੇਰੀ ਈਮੇਲ ਵੀ ਮਿਲ ਸਕਦੀ ਹੈ, ਔਰ ਤੁਸੀਂ ਕਿਸੇ ਵੀ ਤੁਹਾਡੇ ਮਨ 'ਚ ਸਵਾਲ ਹੋਵੇ ਉਹਨੂੰ ਪੁੱਛੋ। ਸਵਾਲ ਪੁੱਛਣ ਦੇ ਵਿੱਚ ਤਾਂ ਆਪਾਂ ਨੂੰ ਮੇਰੇ ਖਿਆਲ ਆ ਵੀ ਬਿਲਕੁਲ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ, ਜਿੰਨਾ ਜ਼ਿਆਦਾ ਪੁੱਛਾਂਗੇ ਉਨੀ ਜ਼ਿਆਦਾ ਨੌਲੇਜ ਵੱਧਦੀ ਹੈ। ਬਿਲਕੁਲ ਸ਼ਰਮਾ ਜੀ, ਜਿੱਦਾਂ ਤੁਸੀਂ ਕਿਹਾ ਕਿ ਇੰਸ਼ੋਰੈਂਸ ਦਾ ਵੀ ਜ਼ਿਕਰ ਕੀਤਾ ਕਿ ਇੰਸ਼ੋਰੈਂਸ ਵੀ ਹੁੰਦੀ ਹੈ, ਪਰ ਅਗਲੇ ਐਪੀਸੋਡ ਦੇ ਵਿੱਚ ਅਸੀਂ ਇੰਸ਼ੋਰੈਂਸ ਬਾਰੇ ਵੀ ਗੱਲ ਕਰਾਂਗੇ ਕਿ ਮੌਰਗੇਜ ਦੇ ਉੱਤੇ ਇੰਸ਼ੋਰੈਂਸ ਹੁੰਦੀ ਹੈ, ਕਿਉਂ ਹੁੰਦੀ ਹੈ, ਕਿਵੇਂ ਹੁੰਦੀ ਹੈ ਤੇ ਕਿਸ ਤਰ੍ਹਾਂ ਉਹ ਵਰਕ ਕਰਦੀ ਹੈ। ਪਰ ਅੱਜ ਤੁਸੀਂ ਜਿਹੜੇ ਟਿਪਸ ਦਿੱਤੇ ਨੇ ਉਹਨਾਂ ਦੇ ਲਈ ਤੁਹਾਡਾ ਧੰਨਵਾਦ। ਸੋ ਕੀ ਕਹਿਣਾ ਚਾਹੋਗੇ ਐਂਡ ਦੇ ਉੱਤੇ, ਜਿਹੜੇ ਹੋਮ ਬਾਏ ਕਰ ਰਹੇ ਨੇ, ਨਵਾਂ ਹੋਮ ਬਾਏ ਕਰ ਰਹੇ ਨੇ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੱਭ ਰਹੇ ਨੇ? ਡੈਫੀਨੇਟਲੀ ਮੈਂ ਇਹ ਕਹਿਣਾ ਚਾਹੂੰਗਾ ਕਿ ਜ਼ਰੂਰ ਆਪਣੀ ਇੱਛਾ ਦੇ ਨਾਲ ਆਪਣਾ ਘਰ ਬਾਏ ਕਰੋ। ਜਿਹੜਾ ਰੈਂਟ ਆਪਾਂ ਦਿੰਦੇ ਹੋ ਮਨੀ ਗੋਜ਼ ਇਨਟੂ ਦ ਡਰੇਨ, ਉਹ ਤੁਹਾਨੂੰ ਵਾਪਸ ਨਹੀਂ ਮਿਲਦੀ। ਪਰ ਜੇ ਤੁਹਾਡੇ ਕੋਲ ਜੌਬਸ ਹੈਗੀਆਂ ਨੇ, ਕੋਈ ਸੇਵਿੰਗ ਹੈਗੀ ਹੈ, ਤੁਸੀਂ ਕਿਸੇ 2-3 ਲੱਖ ਡਾਲਰ ਦੀ ਪ੍ਰਾਪਰਟੀ ਤੋਂ ਵੀ ਸ਼ੁਰੂ ਕਰ ਸਕਦੇ ਹੋ। ਪਹਿਲਾਂ ਕੋਂਡੋ ਲੈ ਲਓ, ਫਿਰ ਸਾਲ 1.5 ਸਾਲ 2 ਸਾਲ ਬਾਅਦ ਟਾਊਨ ਹਾਊਸ ਲਓ, ਫਿਰ ਘਰ ਲਓ ਐਂਡ ਸੋ ਔਨ, ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਹੈ। ਪਰ ਜ਼ਰੂਰ ਪ੍ਰਾਪਰਟੀ 'ਚ ਇਨਵੈਸਟ ਕਰੋ, ਕਿਉਂਕਿ ਜਿਹੜੀ ਪ੍ਰਾਪਰਟੀ ਦੀ ਇਨਵੈਸਟਮੈਂਟ ਆ ਹਮੇਸ਼ਾ ਵੱਧਦੀ ਹੈ। ਤੁਸੀਂ ਮੈਨੂੰ ਕਿਸੇ ਟਾਈਮ ਵੀ ਫੋਨ ਕਰ ਸਕਦੇ ਹੋ, ਮੇਰੇ ਨੰਬਰ ਸਕਰੀਨ ਦੇ ਉੱਪਰ ਨੇ, ਔਰ ਆਪਣੀ ਸਲਾਹ ਲੈ ਸਕਦੇ ਹੋ। ਸਲਾਹ ਦੀ ਕੋਈ ਫੀਸ ਨਹੀਂ ਹੈ, ਔਰ ਜੇ ਅਸੀਂ ਤੁਹਾਡੀ ਮੌਰਗੇਜ ਕਰਦੇ ਹਾਂ ਤਾਂ ਵੀ ਸਾਡੀ ਕੋਈ ਫੀਸ ਨਹੀਂ ਹੈ, ਕਿਉਂਕਿ ਸਾਨੂੰ ਕਮਿਸ਼ਨ ਬੈਂਕ ਦਿੰਦਾ। ਅਸੀਂ ਬੈਂਕ ਦੇ ਕੋਲੋਂ ਪੈਸੇ ਲੈਣੇ ਹੁੰਦੇ ਆ, ਕੰਮ ਤੁਹਾਡੇ ਲਈ ਕਰਨਾ ਹੁੰਦਾ।
ਅਦਰ ਵੇ ਬੈਂਕ ਜਿਹੜਾ ਉਹ ਅਦਰ ਵੇ ਅਰਾਊਂਡ ਜਿਹੜੇ ਉੱਥੇ ਦੇ ਬੰਦੇ ਕੰਮ ਕਰਦੇ ਆ, ਉਹ ਜਿਹੜੇ ਤੁਹਾਡੀ ਮੌਰਗੇਜ ਕਰਦੇ ਉਹ 'ਚੋਂ ਪੈਸੇ ਉਹਨਾਂ ਨੂੰ ਤਨਖਾਹ ਮਿਲਣੀ ਹੁੰਦੀ ਆ। ਸੋ ਸਾਨੂੰ ਕੋਈ ਵੀ ਅਸੀਂ ਤੁਹਾਡੇ ਕੋਲੋਂ ਫੀਸ ਨਹੀਂ ਲੈਣੀ, ਕੋਈ ਵੀ ਕਮਿਸ਼ਨ ਨਹੀਂ ਲੈਣਾ ਹੁੰਦਾ, ਸਾਨੂੰ ਬੈਂਕ ਹੀ ਪੇ ਕਰਦਾ। ਔਰ ਆਪਣੀ ਸਟ੍ਰੈਟਜੀ ਬਣਾਓ, ਪਹਿਲਾਂ ਹੀ ਫੋਨ ਕਰਕੇ ਪੁੱਛੋ ਕਿ ਮੈਂ ਕਿੰਨੇ ਲਈ ਕੁਆਲੀਫਾਈ ਕਰਦਾ, ਮੈਨੂੰ ਕਿੰਨੀ ਇਨਕਮ ਚਾਹੀਦੀ ਹੈ, ਕਿਹੋ ਜਿਹਾ ਮੇਰਾ ਕ੍ਰੈਡਿਟ ਸਕੋਰ ਹੋਣਾ, ਇਹ ਸਾਰੀਆਂ ਦੀ ਜਾਣਕਾਰੀ ਲੈਣ ਲਈ ਤੁਸੀਂ ਮੇਰੇ ਨਾਲ ਐਨੀ ਟਾਈਮ ਸੰਪਰਕ ਕਰੋ ਔਰ ਆਪਾਂ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਾਂਗੇ। ਥੈਂਕ ਯੂ ਸੋ ਮਚ ਸ਼ਰਮਾ ਜੀ। ਸੋ ਅੱਜ ਮੌਰਗੇजेस ਦੇ ਬਾਰੇ ਗੱਲਬਾਤ ਹੋਈ ਹੈ। ਜੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਕਿ ਮੌਰਗੇਜ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਤੁਹਾਡੇ ਲਈ ਰਾਈਟ ਟਾਈਮ ਹੈ ਜਾਂ ਨਹੀਂ ਹੈ, ਕਿਉਂਕਿ ਜਿੱਦਾਂ ਸ਼ਰਮਾ ਜੀ ਨੇ ਕਿਹਾ ਕਿ ਅੱਜ ਹੀ ਹੁਣੇ ਹੀ ਜੇ ਸੋਚ ਰਹੇ ਆ ਨਾ ਕਿ ਘਰ ਲੈਣਾ ਆ ਤਾਂ ਹੁਣੇ ਹੀ ਰਾਈਟ ਟਾਈਮ ਹੈਗਾ ਆ, ਪਰ ਉਸ ਤੋਂ ਪਹਿਲਾਂ ਅਸੀਂ ਇਹ ਦੇਖਣਾ ਕਿ ਅਸੀਂ ਅਫੋਰਡ ਕਰਦੇ ਹਾਂ, ਅਫੋਰਡੇਬਿਲਟੀ ਕਿੰਨੀ ਕੁ ਹੈ। ਸੋ ਸਾਰੀਆਂ ਚੀਜ਼ਾਂ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਘਰ ਖਰੀਦਣਾ ਤੇ ਅਸੀਂ ਵੈਰੀਫਾਈ ਕਰ ਲਈਏ ਦੁਬਾਰਾ ਤੋਂ, ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਸਕਦੇ ਆ timesmortgages.com ਦੇ ਉੱਤੇ, ਤੇ ਜਾਂ ਫਿਰ ਇਹਨਾਂ ਨੂੰ ਫੋਨ ਕਰ ਸਕਦੇ ਆ, ਸੰਪਰਕ ਕਰ ਸਕਦੇ ਆ, ਇਹਨਾਂ ਦੇ ਨਾਲ ਗੱਲ ਕਰ ਸਕਦੇ ਆ, ਤਾਂ ਇਹ ਤੁਹਾਨੂੰ ਟਿਪਸ ਦੇ ਨਾਲ ਸਲਾਹ ਵੀ ਵਧੀਆ ਦੇਣਗੇ ਕਿ ਤੁਸੀਂ ਕਿਹੜੇ ਪਾਸੇ ਜਾਣਾ ਹੈ। ਤੁਸੀਂ ਜੇ ਇਨਵੈਸਟਮੈਂਟ ਕਰ ਰਹੇ ਹੋ ਪ੍ਰਾਪਰਟੀ ਦੇ ਵਿੱਚ, ਕਿਸ ਤਰ੍ਹਾਂ ਦੀ ਇਨਵੈਸਟਮੈਂਟ ਤੁਸੀਂ ਕਰ ਸਕਦੇ ਹੋ। ਸੋ ਬਹੁਤ ਸਾਰੇ ਸਵਾਲ ਹੁੰਦੇ ਆ, ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਸਾਡੇ ਤੱਕ ਪਹੁੰਚਾ ਸਕਦੇ ਆ, ਫੀਡਬੈਕ ਤੁਸੀਂ ਦੇ ਸਕਦੇ ਆ, ਸਾਨੂੰ ਤੁਸੀਂ ਪੁੱਛ ਸਕਦੇ ਆ, ਤਾਂ ਕਿ ਅਸੀਂ ਅੱਗੇ ਸ਼ਰਮਾ ਜੀ ਤੋਂ ਇਸ ਇੰਟਰਵਿਊ ਦੇ ਵਿੱਚ ਜਿਹੜੇ ਸਵਾਲ ਪੁੱਛਦੇ ਰਹੀਏ। ਬਿਜ਼ਨਸ ਕਨੈਕਟ ਦਾ ਹੋਰ ਜਿਹੜਾ ਐਪੀਸੋਡ ਲੈ ਕੇ ਤੁਹਾਡੇ ਤੱਕ ਇਸੇ ਤਰ੍ਹਾਂ ਵਾਪਸ ਆਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।